मेरे पापा की डैथ हो गई है तो मेरे मम्मा हाउस वाइफ है, इस करके मेरे मम्मा पढ़ा नहीं सकते सी। मेरी मम्मा की डैथ हो गई है तो पापा मैंने पढ़ा नहीं सकते, इस करके छड्ड के। मेरे मम्मा पापा की फाइनैंशियल हालत थोड़ी कंडीशन माड़ी सी, सो इस करके मैंने इस संस्था 'ਚ भेजा गया तो हुण मैं अपनी पढ़ाई इत्थे करदी पई हां। ਜਿਹੜੇ ਉਹ ਮਾਹੌਲ ਸੀ ਨਾ ਉਹ ਕਿਸੇ ਤੇ ਆਉਣੀ ਨਾ। ਐਡੀ ਮੰਦੀ ਹਾਲਤ ਸੀ, ਉਹ ਸ਼ਹੀਦ ਹੋ ਗਿਆ, ਦੂਜੇ ਦਾ ਟੱਬਰ ਮਰ ਗਿਆ। ਘਰ ਖਾਣ ਨੂੰ ਨਹੀਂ, ਨਿਆਣੇ ਮੇਰੇ ਇੱਥੇ ਲਿਆਣ ਕੇ ਪੜ੍ਹਨੇ ਪਾਉਂਦੇ। ਜਿਹੜੀਆਂ ਸਾਡੀਆਂ ਹਾਲਤਾਂ ਗਈਆਂ ਨੇ ਕਿਸੇ ਦੀਆਂ ਹੋਣੀ ਨਾ, ਉਹਨਾਂ ਵਾਸਤੇ ਹੱਦ ਵੱਧ ਕੇ, ਪਰ ਅਸੀਂ ਨਹੀਂ ਕਹਿੰਦੇ ਵੀ ਹੱਦ ਵੱਧ ਕੇ। ਹੁਣ ਮੈਂ ਇਸੇ ਕਰਕੇ ਹੀ ਬਹੁਤ ਸਾਰੀਆਂ ਯੋਧਿਆਂ ਦੀਆਂ ਜਿਹੜੀਆਂ ਬਜ਼ੁਰਗ ਮਾਵਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਅਗਰ ਤੁਹਾਡਾ ਘਰ ਵਿੱਚ ਨਹੀਂ ਵਧੀਆ ਤਰੀਕੇ ਨਾਲ ਟਾਈਮ ਪਾਸ ਹੁੰਦਾ ਤਾਂ ਤੁਸੀਂ ਇਸ ਸੰਸਥਾ ਦੇ ਵਿੱਚ ਆਣ ਕੇ ਰਹਿ ਸਕਦੇ ਜੇ। ਅੱਤਵਾਦ ਉਹ ਹੈਗਾ ਵਾ ਜਿਹੜਾ ਅੱਜ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਦਿਖਾਇਆ ਜਾ ਰਿਹਾ ਹੈਗਾ, ਬਜ਼ੁਰਗਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾ ਰਹੀਆਂ ਨੇ, ਨੌਜਵਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਅੱਜ ਸਾਰੀ ਕਿਸਾਨੀ ਜਿਹੜੀ ਹੈਗੀ ਆ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੈਗੀ ਆ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ, ਔਰ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੱਕ ਮੰਗਣੇ, ਇਹਨੂੰ ਅੱਤਵਾਦ ਨਹੀਂ ਕਿਹਾ ਜਾਂਦਾ। ਅੱਤਵਾਦ ਉਹ ਆ ਜੋ ਸਰਕਾਰ ਫੈਲਾ ਰਹੀ ਆ। सूरा सो पहचानिए जो लड़े दीन के हेत, पुरजा पुरजा कट मरे कबू ना छाड़े खेत। पंजाब गुरुआं पीरां दी धरती है जिथे वख-वख शहीदां ने शहादत देण तो बाद अज पंजाब दोबारा तो गुरुआं दे नाम उत्ते वसदा होया दिखाई दे रहा है। श्री गुरु अर्जन देव जी तो लैके अज दे दौर तक गल कीती जावे तां बहुत सारियां शहीदियां देण तो बाद जिहड़ा सिखां ने ਐਡੀ ਮਕਬੂਲੀਅਤ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਹਾਸਲ ਕੀਤੀ ਹੈ ਕਿ ਅੱਜ तमाम ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਨੇ ਨਤਮਸਤਕ ਨੇ ਇਸ ਕੌਮ ਨੂੰ, ਔਰ ਨਤਮਸਤਕ ਨੇ ਇਹਨਾਂ ਦੇ ਗੁਰੂ ਸਾਹਿਬਾਨਾਂ ਨੂੰ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਔਰ ਉਸ ਤੋਂ ਬਾਅਦ ਜਿਸ ਨੂੰ ਅਸੀਂ ਸਾਰੇ ਨਤਮਸਤਕ ਹਾਂ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਔਰ ਜਦੋਂ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ ਜਾਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜਿਹੜੀ ਹੈ ਦਰਸ਼ਨ ਕਰਨ ਦੇ ਲਈ ਜਾਂਦੀ ਹੈ, ਤਾਂ ਜਦੋਂ ਅਜਾਇਬ ਘਰ ਦੇ ਵਿੱਚ ਵੱਖ-ਵੱਖ ਤਸਵੀਰਾਂ ਦੇਖਦੀ ਹੈ ਤਾਂ ਜ਼ਰੂਰ ਉਹ ਯਾਦ ਕਰਦੇ ਨੇ ਉਹ ਦੌਰ 1984 ਦਾ, ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਸੀ। ਸਿੰਘਾਂ ਨੂੰ ਘਰੋਂ ਦੇ ਵਿੱਚੋਂ ਕੱਢ ਕੇ ਸ਼ਹੀਦ ਕੀਤਾ ਗਿਆ। ਉਸ ਸਮੇਂ ਦੀ ਹਕੂਮਤ ਦੇ ਵੱਲੋਂ ਤਸ਼ੱਦਦ ਜਿਹੜਾ ਹੈ ਢਾਇਆ ਗਿਆ ਸਿੰਘਾਂ ਦੇ ਉੱਪਰ, ਔਰ ਸਿੰਘਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਪਰਾਇਆ ਕਰ ਦਿੱਤਾ ਗਿਆ। ਅਤੇ ਸਿੱਖਾਂ ਦਾ ਜਿਹੜਾ ਮੱਕਾ ਕਿਹਾ ਜਾਂਦਾ ਹੈ ਸ਼੍ਰੀ ਦਰਬਾਰ ਸਾਹਿਬ, ਉਸ ਨੂੰ ਢਾਇਆ ਗਿਆ। ਔਰ ਉਸ ਤੋਂ ਬਾਅਦ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਸਿੰਘ ਜਿਹੜੇ ਨੌਜਵਾਨ ਸਿੰਘ ਜਦੋਂ ਸਾਕਾ ਨੀਲਾ ਤਾਰਾ ਵਾਪਰਦਾ ਤਾਂ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਕੀ ਬਣਿਆ, ਉਹਨਾਂ ਦੀ ਮਾਤਾਵਾਂ ਦਾ ਕੀ ਬਣਿਆ, ਤਾਂ ਇੱਕ ਨਾਮ ਆਉਂਦਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ, ਜਿਨ੍ਹਾਂ ਦੇ ਵੱਲੋਂ ਉਸ ਸਮੇਂ 1984 ਤੋਂ ਬਾਅਦ ਜਿੰਨੇ ਵੀ ਖਾੜਕੂ ਸਿੰਘ ਸ਼ਹੀਦ ਹੋਏ ਸੀ, ਜਿਹੜਿਆਂ ਦੇ ਵੱਲੋਂ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਦੇ ਨਾਲ, ਔਰ ਸ਼ਹੀਦੀ ਦਾ ਜਾਮ ਪੀਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਟਰਸਟ ਦੇ ਵੱਲੋਂ ਕੀਤੀ ਜਾਂਦੀ ਹੈ। ਮਾਤਾਵਾਂ ਜਿਹੜੀਆਂ ਨੇ ਜਿਨ੍ਹਾਂ ਨੇ ਆਪਣੇ ਪੁੱਤ ਜਿਹੜੇ ਸੀਗੇ ਉਹ 84 ਦੇ ਦੌਰ ਦੇ ਵਿੱਚ ਆਪਣੇ ਗਵਾ ਦਿੱਤੇ, ਔਰ ਸ਼ਹੀਦੀ ਦਾ ਜਾਮ ਉਹਨਾਂ ਦੇ ਪੁੱਤ ਪੀ ਗਏ, ਉਹਨਾਂ ਦੀ ਦੇਖਭਾਲ ਦੇ ਲਈ 1996 ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਬੱਚਿਆਂ ਦੇ ਮਾਤਾ ਪਿਤਾ ਜਿਨ੍ਹਾਂ ਦੇ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ, ਉਹਨਾਂ ਨੂੰ ਇੱਥੇ ਰੱਖ ਕੇ ਪੜ੍ਹਾਇਆ ਜਾਂਦਾ ਹੈ। ਸ਼ਹੀਦ ਸਿੰਘਾਂ ਦੀਆਂ ਬਜ਼ੁਰਗ ਮਾਤਾਵਾਂ ਦੀ ਸਾਂਭ ਸੰਭਾਲ ਅਤੇ ਦਵਾਈ ਆਦਿ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ। ਔਰ ਉਸ ਤੋਂ ਬਾਅਦ ਅੱਜ ਦੇ ਦੌਰ ਦੀ ਆਪਾਂ ਗੱਲ ਕਰੀਏ ਤਾਂ ਕਈ ਭਰੂਣ ਹੱਤਿਆਵਾਂ ਤੋਂ ਬਚਾਈਆਂ ਬੱਚੀਆਂ ਵੀ ਇੱਥੇ ਰਹਿਣੀਆਂ ਨੇ, ਉਹਨਾਂ ਨੂੰ ਵੀ ਪੜ੍ਹਾਈ ਤੋਂ ਬਾਅਦ ਆਨੰਦ ਕਾਰਜ ਵੀ ਇਸ ਸੰਸਥਾ ਦੇ ਵੱਲੋਂ ਕੀਤੇ ਜਾਂਦੇ ਨੇ। ਬਿਲਕੁਲ ਅੱਜ ਅਸੀਂ ਪਹੁੰਚੇ ਹੋਏ ਹਾਂ ਔਰ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਇਹ ਚੈਰੀਟੇਬਲ ਟਰਸਟ ਹੈ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਹੈ ਇਹ ਸੇਵਾ ਕਰਦੀ ਆ ਰਹੀ ਹੈ। ਔਰ
ਜਿਹੜੇ ਭੈਣ ਜੀ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ 1984 ਦੇ ਜਿਹੜਾ ਕਾਲਾ ਦੌਰ ਸੀਗਾ ਉਹਨੂੰ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਗਿਆ ਔਰ ਉਸ ਸੰਤਾਪ ਤੋਂ ਉੱਭਰਨ ਤੋਂ ਬਾਅਦ ਉਹਨਾਂ ਨੇ ਪ੍ਰਣ ਕੀਤਾ ਕਿ ਜਿੰਨੇ ਵੀ ਉਹਨਾਂ ਉਸ ਸਮੇਂ ਦੇ ਵਿੱਚ ਖਾੜਕੂ ਸਿੰਘ ਸੀਗੇ ਜਾਂ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਦਾ ਜ਼ਿੰਮਾ ਉਠਾਇਆ ਗਿਆ ਔਰ ਮਾਤਾਵਾਂ ਬਜ਼ੁਰਗਾਂ ਨੂੰ ਵੀ ਇੱਥੇ ਰੱਖਿਆ ਜਾਂਦਾ ਹੈ ਉਹਨਾਂ ਦੇ ਸਿੰਘਾਂ ਦੀਆਂ ਔਰ ਵਧੀਆ ਤਰੀਕੇ ਦੇ ਨਾਲ ਜਿਹੜੀ ਦੇਖਭਾਲ ਕੀਤੀ ਜਾਂਦੀ ਹੈ। ਵੱਖ-ਵੱਖ ਤਰੀਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਇੱਥੇ ਸਟੱਡੀ ਕੀਤੀ ਜਾਂਦੀ ਹੈ। ਬੱਚੇ ਗੁਰਸਿੱਖ ਬੱਚੇ ਨੇ, ਸਾਫ਼ ਤੌਰ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਵੱਖ-ਵੱਖ ਤਰੀਕੇ ਦੇ ਜਿਹੜੇ ਬੱਚੇ ਸੀਗੇ ਜਿਨ੍ਹਾਂ ਉਸ ਕਾਲੇ ਦੌਰ ਦੇ ਵਿੱਚ ਸਿੰਘਾਂ ਦੇ ਸ਼ਹੀਦੀ ਜਾਮ ਪੀਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀਗਾ ਔਰ ਦੇਖਭਾਲ ਕਰਨ ਵਾਲਾ ਜੇਕਰ ਕੋਈ ਨਹੀਂ ਸੀਗਾ ਤੇ ਇਸ ਜਿਹੜੇ ਭੈਣ ਜੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਤਸ਼ੱਦਦ ਵੱਡਾ ਸੀਗਾ, ਤਸ਼ੱਦਦ ਤੋਂ ਉੱਭਰਨ ਦੀ ਵੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਸੀ। ਉੱਭਰਨ ਤੋਂ ਬਾਅਦ ਉਹਨਾਂ ਨੇ ਪ੍ਰਣ ਕੀਤਾ ਕਿ ਜਿਹੜਾ ਹੈ ਉਹਨਾਂ ਬੱਚਿਆਂ ਦੀ ਦੇਖਭਾਲ ਕਰਨਗੇ, ਉਹਨਾਂ ਬਜ਼ੁਰਗ ਮਾਤਾਵਾਂ ਨੂੰ ਸਾਂਭਣਗੇ ਜਿਨ੍ਹਾਂ ਨੇ 1984 ਦੇ ਦੌਰ ਦੇ ਵਿੱਚ ਆਪਣੇ ਖੋਏ ਨੇ, ਜਿਨ੍ਹਾਂ ਨੇ ਆਪਣੇ ਪੁੱਤ ਖੋਏ ਨੇ, ਜਿਨ੍ਹਾਂ ਬੱਚਿਆਂ ਨੇ ਆਪਣੇ ਜਿਹੜੇ ਬਾਪ ਸੀਗੇ ਉਸ ਦੌਰ ਦੇ ਵਿੱਚ ਗਵਾ ਦਿੱਤੇ। ਔਰ ਬੀਬੀ ਸੰਦੀਪ ਕੌਰ ਜੀ ਇਹਦੇ ਸੰਸਥਾਪਕ ਨੇ, ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਬੱਚੇ ਨੇ, ਬਹੁਤ ਹੀ ਪਿਆਰੇ ਬੱਚੇ ਨੇ। ਬੱਚੇ ਕੀ ਨਾਮ ਹੈ ਤੁਹਾਡਾ ਬੱਚੇ? ਨਵਨੀਤ ਜੈਸਮੀਨ। ਜੈਸਮੀਨ, ਓਕੇ। ਤੇ ਬੇਟਾ ਬੈਠ ਜਾਓ, ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ। ਔਰ ਕੀ ਖੇਡਦੇ ਪਏ ਤੁਸੀਂ? ਹਾਂਜੀ। ਅੱਛਾ, ਤੇ ਤੁਹਾਡੇ ਮੰਮਾ ਪਾਪਾ ਮਾਤਾ ਪਿਤਾ ਜੀ ਦਾ ਕੀ ਨਾਮ ਆ? ਕਿੱਥੇ ਆ ਮੰਮਾ ਪਾਪਾ? ਮੰਮਾ ਆਫਿਸ ਜਾ। ਆਫਿਸ 'ਚ ਆ? ਔਰ ਪਿਤਾ ਜੀ ਹੈਂ? ਉਹ ਵੀ ਆਫਿਸ 'ਚ ਆ? ਅੱਛਾ ਜੀ। ਛੋਟੇ ਛੋਟੇ ਬੱਚੇ ਨੇ, ਸ਼ਾਇਦ ਮਾਸੂਮੀਅਤ ਤੁਸੀਂ ਸਾਫ਼ ਤੌਰ ਤੇ ਇਹਨਾਂ ਦੇ ਚਿਹਰੇ ਤੋਂ ਦੇਖ ਸਕਦੇ ਹੋ। ਬੱਚੇ ਤੁਹਾਡਾ ਕੀ ਨਾਮ ਹੈ? ਮੈਕਦੀਪ ਕੌਰ। ਓਕੇ। ਮੰਮਾ ਪਾਪਾ ਕਿੱਥੇ ਨੇ? ਮੰਮਾ ਪਾਪਾ ਉਹ ਉੱਪਰ ਰਹਿੰਦੇ ਵਾ ਤਾਂ ਉਹ ਆਫਿਸ 'ਚ ਤਾਂ ਮੰਮਾ ਵੀ ਉੱਥੇ ਆ। ਅੱਛਾ, ਤੇ ਕਿੰਨਵੀਂ ਕਲਾਸ 'ਚ ਪੜ੍ਹਦੇ ਹੋ? ਫਸਟ 'ਚ। ਅੱਛਾ, ਤੇ ਫਿਰ ਹੁਣ ਪੜ੍ਹਾਈ ਚੱਲਦੀ ਪਈ ਨਾਲ ਨਾਲ? ਹਾਂਜੀ। ਸੋ ਹੁਣ ਤਾਂ ਤੁਸੀਂ ਖੇਡਦੇ ਪਏ ਸੀ ਹਨਾ? ਹਾਂਜੀ। ਖੇਡਣ ਤੋਂ ਬਾਅਦ ਪੜ੍ਹਾਈ ਕਰਦੇ ਹੋ? ਹਾਂਜੀ। ਅੱਛਾ, ਪੜ੍ਹਦੇ ਅੱਜ ਕਿ ਪੜ੍ਹਨਾ ਹੋਰ? ਹੋਰ ਪੜ੍ਹਨਾ ਹਜੇ। ਅੱਛਾ, ਠੀਕ ਹੈ। ਬੱਚੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ, ਕੁਝ ਸਾਡੇ ਬੱਚੇ ਨੇ, ਹੋਰ ਸਾਡੀਆਂ ਭੈਣਾਵਾਂ ਛੋਟੀਆਂ ਜਿਹੜੀਆਂ ਨੇ ਪੜ੍ਹਾਈ ਕਰਦੇ ਪਈਆਂ ਜੇ। ਮੈਡਮ ਤੁਸੀਂ ਕਿੱਥੋਂ ਜੇ ਔਰ ਤੁਹਾਡੇ ਮਾਤਾ ਪਿਤਾ ਬਾਰੇ ਤੁਸੀਂ ਦੱਸ ਸਕਦੇ ਕੁਝ? ਹਾਂਜੀ, ਮੈਂ ਖੇਮਕਰਨ ਤੋਂ ਆ। ਅੱਛਾ ਜੀ। ਮੇਰੇ ਪਾਪਾ ਦੀ ਡੈਥ ਹੋ ਗਈ ਆ ਤੇ ਮੇਰੇ ਮੰਮਾ ਹਾਊਸ ਵਾਈਫ ਹੈ, ਇਸ ਕਰਕੇ ਮੇਰੇ ਮੰਮਾ ਪੜ੍ਹਾ ਨਹੀਂ ਸਕਦੇ ਸੀ, ਇਸ ਕਰਕੇ ਉਹਨਾਂ ਨੇ ਇੱਥੇ ਪੜ੍ਹਨ ਲਈ ਭੇਜਿਆ। ਅੱਛਾ, ਤੇ ਇੱਥੇ ਫਿਰ ਕਾਫੀ ਫਰੈਂਡ ਸਰਕਲ ਤੁਹਾਡਾ ਬਣ ਗਿਆ ਹਨਾ? ਜੀ ਲੱਗ ਗਿਆ ਇੱਥੇ? ਹਾਂਜੀ। ਅੱਛਾ, ਤੇ ਹੁਣ ਤਾਂ ਲੋਕਡਾਊਨ ਚੱਲਦਾ ਪਿਆ, ਸਟੱਡੀ ਵਗੈਰਾ ਫਿਰ ਇੱਥੇ ਕਰਾਈ ਜਾਂਦੀ ਹੈ? ਹਾਂਜੀ। ਅੱਛਾ ਬੇਟਾ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸਿਮਰਨਜੀਤ ਕੌਰ ਹੈ। ਅੱਛਾ, ਮੰਮਾ ਪਾਪਾ ਬਾਰੇ ਦੱਸ ਸਕਦੇ ਹੋ? ਮੇਰੇ ਮੰਮਾ ਪਾਪਾ ਦੀ ਫਾਈਨੈਂਸ਼ੀਅਲ ਹਾਲਤ ਥੋੜੀ ਕੰਡੀਸ਼ਨ ਮਾੜੀ ਸੀ, ਸੋ ਇਸ ਕਰਕੇ ਮੈਨੂੰ ਇਸ ਸੰਸਥਾ 'ਚ ਭੇਜਿਆ ਗਿਆ ਤੇ ਹੁਣ ਮੈਂ ਆਪਣੀ ਪੜ੍ਹਾਈ ਇੱਥੇ ਕਰਦੀ ਪਈ ਹਾਂ। ਅੱਛਾ, ਕੀ ਬਣਨਾ ਬੇਟਾ ਵੱਡੇ ਹੋ ਕੇ? ਮੈਂ ਲਾਇਰ ਬਣਨਾ। ਹਾਂਜੀ। ਠੀਕ ਹੈ ਜੀ। ਬਹੁਤ ਜਿਹੜੀ ਮਕਬੂਲੀਅਤ ਹੈ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ। ਬੱਚੇ ਵੀ ਜਿਹੜਾ ਹੈ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਇਸ ਸੰਸਥਾ ਦੇ ਵਿੱਚ ਪੜ੍ਹਾਈ ਕਰਦੇ ਪਏ ਨੇ। ਬੱਚੇ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੇਰੇ ਪਾਪਾ ਦੀ ਡੈਥ ਹੋ ਚੁੱਕੀ ਹੈ ਤੇ ਇਸ ਕਰਕੇ ਮੈਂ ਇਸ ਟਰਸਟ ਵਿੱਚ ਪੜ੍ਹ ਰਹੀ ਹਾਂ। ਅੱਛਾ, ਹਾਂਜੀ। ਤੇ ਇੱਥੇ ਕਦੋਂ ਤੋਂ ਤੁਸੀਂ ਇੱਥੇ ਹੋ? 3 ਸਾਲ ਹੋ ਗਏ। 3 ਸਾਲ ਹੋ ਗਏ। ਹਾਂਜੀ। ਅੱਛਾ, ਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ? ਨਹੀਂ। ਕੀ ਜੀ। ਬਣਨਾ ਵੱਡੇ ਹੋ ਕੇ? ਬਾਹਰ ਜਾਣਾ। ਬਾਹਰ ਜਾਣਾ ਹੈ? ਹਾਂਜੀ। ਬਾਹਰ ਕਿਉਂ ਜਾਣਾ ਹੈ? ਇਹ ਮੈਂ ਬਾਹਰ ਜਾਣ ਦਾ ਸੁਪਨੇ ਵੱਖ-ਵੱਖ ਨੇ, ਕਿਸੇ ਨੇ ਲਾਇਰ ਬਣਨਾ ਹੈ, ਲੇਕਿਨ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਸ ਸੰਸਥਾ ਦੇ ਵੱਲੋਂ ਜਿਹੜੀ ਹੈ ਵੱਡੇ ਪੱਧਰ ਤੇ ਇਹ ਉਪਰਾਲਾ ਕੀਤਾ ਜਾ ਰਿਹਾ। ਜਿੰਨੇ ਵੀ ਲੋੜਵੰਦ ਬੱਚੇ ਨੇ ਉਹਨਾਂ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ ਜਾ ਰਿਹਾ, ਜਿੱਦਾਂ ਮੈਂ ਪਹਿਲਾਂ ਹੀ ਗੱਲਬਾਤ ਕੀਤੀ। ਔਰ ਬੱਚੇ ਤੁਹਾਡਾ ਕੀ ਨਾਮ ਹੈ? ਚਰਨਜੀਤ। ਅੱਛਾ, ਚਰਨਜੀਤ ਨਾਮ ਹੈ ਤੁਹਾਡਾ। ਅੱਛਾ, ਤੁਸੀਂ ਕਿੱਥੋਂ ਹੋ? ਮੈਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਹੀ ਹੈ। ਔਰ ਮਾਤਾ ਪਿਤਾ ਬਾਰੇ ਦੱਸ ਸਕਦੇ ਹੋ? ਮੇਰੀ ਮੰਮਾ ਦੀ ਡੈਥ ਹੋ ਗਈ ਆ ਤੇ ਪਾਪਾ ਮੈਨੂੰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਇੱਥੇ ਛੱਡ ਕੇ ਗਏ। ਅੱਛਾ, ਇੱਥੇ ਸੰਦੀਪ ਜਿਹੜੇ ਮੈਡਮ ਨੇ ਉਹਨਾਂ ਦੇ ਵੱਲੋਂ ਤੁਹਾਡੀ ਜਿਹੜੀ ਹੈ ਹਨਾ ਪੜ੍ਹਾਈ ਕੀਤੀ ਜਾ ਰਹੀ ਹੈ। ਹਾਂਜੀ। ਤੇ ਕੀ ਬਣਨਾ ਵੱਡੇ ਹੋ ਕੇ? ਟੀਚਰ। ਟੀਚਰ ਬਣਨਾ ਹੈ? ਅੱਛਾ, ਫਿਰ ਇਹਨਾਂ ਨੂੰ ਪੜ੍ਹਾਇਆ ਕਰੋਗੇ ਬੱਚਿਆਂ ਨੂੰ ਤੁਸੀਂ? ਹਾਂਜੀ, ਬਿਲਕੁਲ ਜੀ। ਵੱਖ-ਵੱਖ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਔਰ ਲਗਾਤਾਰ ਸੁਪਨੇ ਵੱਡੇ ਨੇ ਔਰ ਸੁਪਨੇ ਸਾਕਾਰ ਕਰਨ ਦੇ ਲਈ ਜਿਨ੍ਹਾਂ ਦੇ ਮਾਂ-ਬਾਪ ਅਸਮਰੱਥ ਨੇ, ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਉਹਨਾਂ ਦੀ ਜਿਹੜੀ ਹੈ ਪੜ੍ਹਾਈ ਨੂੰ ਕਰਵਾਉਣ ਦਾ ਜਿਹੜਾ ਜ਼ਿੰਮਾ ਹੈ ਉਹ ਜਿਹੜੇ ਬੀਬੀ ਜੀ ਨੇ, ਸਾਡੇ ਭੈਣ ਜੀ ਨੇ, ਸੰਦੀਪ ਕੌਰ ਜੀ, ਵੱਡਾ ਉਪਰਾਲਾ ਕੀਤਾ ਜਾ ਰਿਹਾ। ਔਰ ਸੰਸਥਾ ਦੀ ਜਿਹੜੀਆਂ ਮੈਂ ਇੱਕ ਵਾਰੀ ਕਹਾਂਗਾ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਨੇ ਉਹਨਾਂ ਦੇ ਵੱਲੋਂ ਪੜ੍ਹਾਇਆ ਜਾ ਰਿਹਾ। ਔਰ ਸਾਫ਼ ਤੌਰ ਤੇ ਇਹ ਮੈਡਮ ਜੀ ਨਾਲ ਵੀ ਗੱਲਬਾਤ ਕਰਾਂਗੇ।
ਸਾਡੇ ਭੈਣ ਜੀ ਨੇ ਸੰਦੀਪ ਕੌਰ ਜੀ, ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਮੈਡਮ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਜਿੱਦਾਂ ਅਸੀਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ, ਕਾਫੀ ਜੀ ਲੱਗਾ ਹੋਇਆ ਹੈ ਨਾ ਇੱਥੇ ਇਹਨਾਂ ਦਾ ਹੁਣ। ਹਾਂਜੀ, ਬੱਚੇ ਇੱਥੇ ਜਿਵੇਂ ਕਿ ਇੱਕ ਪਰਿਵਾਰ ਹੁੰਦਾ, ਪਰਿਵਾਰ ਦੀ ਤਰ੍ਹਾਂ ਹੀ ਅਸੀਂ ਇੱਥੇ ਸਾਰੇ ਜੀ ਜਿਹੜੇ ਹੈਗੇ ਆ 200 ਦੇ ਕਰੀਬ ਜਿਹੜੇ ਅਸੀਂ ਫੈਮਿਲੀ ਮੈਂਬਰ ਹੈ, ਸਾਰੇ ਹੀ ਇਸੇ ਤਰੀਕੇ ਨਾਲ ਰਹਿੰਦੇ, ਜਿਵੇਂ ਘਰ ਪਰਿਵਾਰ ਦੇ ਵਿੱਚ ਜੀ ਲੱਗਦਾ, ਇਸੇ ਤਰ੍ਹਾਂ ਹੀ ਬੱਚਿਆਂ ਦਾ ਇੱਥੇ ਦਿਲ ਲੱਗਿਆ ਹੋਇਆ ਹੈ ਜੀ। ਔਰ ਲਗਾਤਾਰ ਜਿੱਦਾਂ ਮੈਂ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲ ਗੱਲ ਕੀਤੀ ਕਿ 1984 ਦਾ ਦੌਰ ਸੀਗਾ, ਕਾਲਾ ਦੌਰ, ਜਦੋਂ ਸਮੇਂ ਦੀ ਜਿਹੜੀ ਸਰਕਾਰ ਸੀਗੀ, ਹਕੂਮਤ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ, ਸਿੰਘਾਂ ਨੂੰ ਜਿਹੜਾ ਘਰੋਂ ਕੱਢ ਕੇ ਮਾਰਿਆ ਗਿਆ। ਤੁਸੀਂ ਤਾਂ ਸੰਤਾਪ ਝੱਲਿਆ, ਸਾਡੀ ਟੀਮ ਵੱਲੋਂ ਵੀ ਹਮਦਰਦੀ ਹੈ, ਕਿਉਂਕਿ ਬਹੁਤ ਔਖਾ ਸੀਗਾ ਉਸ ਦੌਰ ਦੇ ਵਿੱਚ ਉੱਪਰ ਕੇ ਇੱਕ ਤਾਂ ਬੰਦਾ ਹੁੰਦਾ ਨਾ ਕਿ ਆਪਣੇ ਲਈ ਜਿਉਣ ਦੀ ਕੋਸ਼ਿਸ਼ ਕਰਦਾ, ਪਰ ਤੁਸੀਂ ਦੂਜਿਆਂ ਦਾ ਵੀ ਇਸ ਦਾ ਸਹਾਰਾ ਬਣੇ ਹੋ। ਕਿਸ ਤਰ੍ਹਾਂ ਦੇਖਦੇ ਹੋ ਇਸ ਦੌਰ ਨੂੰ? ਹਾਂ ਬਿਲਕੁਲ ਜੀ, 1978 ਤੋਂ ਲੈ ਕੇ ਤੇ 1993-94 ਤੱਕ ਬਹੁਤ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਹੈ ਉਹਨਾਂ ਨੂੰ ਝੂਠੇ ਤੇ ਸੱਚੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਰਿਹਾ। 1994 ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੇ ਹੈਗੇ ਆ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੌਜਵਾਨ ਸੀ, ਪਹਿਲਾਂ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 93-94 ਦੇ ਦੌਰ ਦੇ ਵਿੱਚ ਜਿਹੜੇ ਵੀ ਜੇਲ੍ਹਾਂ ਵਿੱਚ ਬੰਦ ਸੀ ਉਹਨਾਂ ਨੂੰ ਜੇਲ੍ਹਾਂ ਵਿੱਚੋਂ ਕੱਢ ਕੇ ਤਾਂ ਪੁਲਿਸ ਰਿਮਾਂਡ ਤੇ ਲਿਜਾ ਕੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ। 1992 ਤੋਂ ਲੈ ਕੇ 1996 ਤੱਕ ਮੈਂ ਜਿਹੜੀ ਹੈਗੀ ਆ ਸਿੰਘਾਂ ਦੇ ਕੇਸ ਵਿੱਚ ਸੰਗਰੂਰ ਜੇਲ੍ਹ ਵਿੱਚ ਬੰਦ ਸੀਗੀ, ਔਰ ਜਦੋਂ 1996 ਵਿੱਚ ਮੈਂ ਜ਼ਮਾਨਤ ਤੇ ਬਾਹਰ ਆਉਂਦੀ ਹਾਂ ਤਾਂ ਉਸ ਟਾਈਮ ਮਾਹੌਲ ਇਹ ਸੀਗਾ ਕਿ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਕਰ ਦਿੱਤੇ ਗਏ ਸੀਗੇ। ਸੜਕਾਂ ਦੇ ਉੱਤੇ ਜਾਂ ਛੋਟੇ ਬੱਚੇ ਨਜ਼ਰ ਆਉਂਦੇ ਸੀ ਜਾਂ ਬਜ਼ੁਰਗ ਨਜ਼ਰ ਆਉਂਦੇ ਸੀ, ਜਿਹੜੇ ਨੌਜਵਾਨ ਸੀ ਉਹ ਬਹੁਤ ਵਿਰਲੇ ਟਾਵੇਂ ਜਿਹੜੇ ਸੀਗੇ ਉਹ ਰਹਿ ਗਏ ਸੀਗੇ ਜੀ। ਔਰ ਉਸ ਟਾਈਮ ਲੋੜ ਸੀਗੀ ਕੌਮ ਨੂੰ ਕਿ ਜਿਹੜੇ ਜੁਝਾਰੂ ਯੋਧਿਆਂ ਦੇ ਬੱਚੇ ਹੈਗੇ ਆ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਉਪਰਾਲਾ ਕੀਤਾ ਜਾਵੇ, ਉਹਨਾਂ ਦੇ ਬਜ਼ੁਰਗ ਮਾਪਿਆਂ ਦੀ ਜਿਹੜੀ ਉਹ ਸਾਂਭ ਸੰਭਾਲ ਕੀਤੀ ਜਾਵੇ। ਬਹੁਤ ਸਾਰੇ ਜਿਹੜੇ ਇਕੱਲੇ ਨੌਜਵਾਨ ਸੀ, ਮਾਪਿਆਂ ਦੇ ਪੁੱਤਰ ਸੀ, ਉਹ ਇਸ ਲਹਿਰ ਦੀ ਭੇਟ ਚੜ੍ਹ ਗਏ ਸੀਗੇ, ਉਹਨਾਂ ਨੂੰ ਝੂਠੇ ਸੱਚੇ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਕਰ ਦਿੱਤਾ ਗਿਆ ਸੀਗਾ। ਤੇ ਇਸੇ ਦੌਰਾਨ ਹੀ 1996 ਦੇ ਵਿੱਚ ਜਿਹੜੀ ਆ ਇਹ ਸੇਵਾ ਜਿਹੜੀ ਹੈਗੀ ਆ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਜਿਹੜੀ ਸੇਵਾ ਵਾ ਉਹ ਆਰੰਭ ਕਰ ਦਿੱਤੀ ਗਈ। ਔਰ ਹੁਣ ਇਸ ਟਾਈਮ ਤਾਂ ਜਿਹੜੇ ਉਹ ਬੱਚੇ ਹੈਗੇ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਹੋ ਗਏ, ਬਹੁਤ ਸਾਰੇ ਸੈਂਕੜੇ ਬੱਚੇ ਜਿਹੜੇ ਉਸ ਦੌਰ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਹਿਰਦਾ ਜ਼ਰੂਰ ਵਲੂੰਦੇ ਰਹਿ ਜਾਂਦਾ ਹੈ, ਕਿਉਂਕਿ ਵੱਡਾ ਦੌਰ ਸੀਗਾ। ਸਮੇਂ ਦੀ ਸਰਕਾਰ ਜਿਹੜੀ ਸੀਗੀ ਉਹਨਾਂ ਸਿੱਖਾਂ ਨੂੰ ਹੀ ਆਪਣੇ ਜਿਹੜਾ ਹੈ ਦੇਸ਼ ਦੇ ਵਿੱਚ ਜਿਹੜਾ ਹੈ ਇੱਕ ਪਰਾਇਆ ਕਰ ਦਿੱਤਾ ਗਿਆ। 1984 ਦਾ ਕਾਲਾ ਦੌਰ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ, ਤੁਹਾਡੇ ਜਿਹੜੇ ਪਤੀ ਸੀਗੇ ਉਹ ਵੀ ਇਸ ਦੁਨੀਆ ਤੋਂ ਉਸ ਦੌਰ ਦੇ ਵਿੱਚ ਰੁਖਸਤ ਹੋ ਜਾਂਦੇ ਨੇ। ਕਿਸ ਤਰ੍ਹਾਂ ਇਹ ਭਾਣਾ ਉਦੋਂ ਵਾਪਰਿਆ ਸੀਗਾ? ਨਹੀਂ ਜੀ, ਬਿਲਕੁਲ ਉਸ ਦੌਰ ਦੌਰਾਨ ਜਿਹੜੇ ਹੈਗੇ ਆ ਅੱਜ ਤੱਕ ਵੀ ਬਹੁਤ ਸਾਰੇ ਜਿਹੜੇ ਬਜ਼ੁਰਗ ਮਾਪੇ ਆ ਜਿਨ੍ਹਾਂ ਦੇ ਬੱਚੇ ਚੁੱਕ ਕੇ ਲਾਪਤਾ ਕਰ ਦਿੱਤੇ ਗਏ, ਅੱਜ ਤੱਕ ਵੀ ਉਹ ਬਜ਼ੁਰਗ ਆਪਣੇ ਬੱਚਿਆਂ ਦੀ, ਆਪਣੇ ਪੁੱਤਰਾਂ ਦੀ ਉਡੀਕ ਕਰ ਰਹੇ ਆ। ਔਰ ਬਹੁਤ ਸਾਰੇ ਜਿਹੜੇ ਮਾਪੇ ਹੈਗੇ ਆ, ਸ਼ਹੀਦ ਪਰਿਵਾਰ ਹੈ, ਮੇਰੇ ਕੋਲ ਜਦੋਂ ਆਉਂਦੇ ਹੈਗੇ ਆ ਤੇ ਬਹੁਤ ਸਾਰੀਆਂ ਮਾਵਾਂ, ਉਹਨਾਂ ਦੇ ਬਜ਼ੁਰਗ ਜਿਹੜੇ ਬਾਪ ਹੈਗੇ ਆ, ਉਹ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਉਡੀਕਦੇ ਇਸ ਦੁਨੀਆ ਤੋਂ ਤੁਰ ਗਏ ਆ, ਪਰ ਉਹਨਾਂ ਦੇ ਨੌਜਵਾਨ ਲਾਪਤਾ ਹੋਏ ਪੁੱਤਰ ਅੱਜ ਤੱਕ ਵਾਪਸ ਨਹੀਂ ਆਏ। ਹਜੇ ਵੀ ਬਹੁਤ ਸਾਰੀਆਂ ਬਜ਼ੁਰਗ ਮਾਵਾਂ ਨੇਗੀਆਂ ਜਿਹੜੀਆਂ ਆਪਣੇ ਲਾਪਤਾ ਹੋਏ ਪੁੱਤਰਾਂ ਨੂੰ ਜਿਹੜੀਆਂ ਨੇ ਉਡੀਕ ਰਹੀਆਂ ਨੇਗੀਆਂ। ਇਸੇ ਦੌਰਾਨ ਹੀ ਮੈਨੂੰ ਇੱਕ ਹੀਰਾ ਸਿੰਘ ਕਿਲ੍ਹਾ ਲਾਲ ਸਿੰਘ ਤੋਂ ਸੀਗਾ, ਜਦੋਂ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਲੱਗੇ ਤਾਂ ਉਹਨੂੰ ਪੁਲਿਸ ਅਫਸਰਾਂ ਨੇ ਪੁੱਛਿਆ ਵੀ ਤੂੰ ਆਪਣੀ ਆਖਰੀ ਖਾਹਿਸ਼ ਜਿਹੜੀ ਉਹ ਦੱਸ ਕੀ ਹੈਗੀ ਆ। ਤਾਂ ਉਸ ਨੇ ਕਿਹਾ ਮੇਰੀ ਆਖਰੀ ਖਾਹਿਸ਼ ਇਹ ਹੈਗੀ ਆ ਕਿ ਮੈਨੂੰ ਤੁਸੀਂ ਜਦੋਂ ਵੀ ਮਾਰਨਾ ਹੈਗਾ ਵਾ ਮੇਰੇ ਪਿੰਡ ਦੇ ਲਾਗੇ ਚਾਗੇ ਕਿਤੇ ਮੈਨੂੰ ਮਾਰਿਓ। ਤਾਂ ਜਦੋਂ ਉਹਨਾਂ ਨੇ ਕਿਹਾ ਕਿ ਇਹ ਕਿਉਂ ਤੇਰੇ ਪਿੰਡ ਦੇ ਲਾਗੇ ਚਾਗੇ ਤੈਨੂੰ ਕਿਉਂ ਤੇਰਾ ਮੁਕਾਬਲਾ ਬਣਾਇਆ ਜਾਵੇ, ਤਾਂ ਉਸ ਨੇ ਕਿਹਾ ਕਿ ਮੇਰੀ ਜਿਹੜੀ ਬਜ਼ੁਰਗ ਮਾਂ ਆ ਉਹ ਮੈਨੂੰ ਸਾਰੀ ਉਮਰ ਲੱਭਦੀ ਰਹੇਗੀ ਕਿ ਮੇਰਾ ਪੁੱਤ ਹੈਗਾ ਹੈ ਜਾਂ ਨਹੀਂ ਹੈਗਾ। ਤਾਂ ਮੇਰੀ ਮਾਂ ਜਦੋਂ ਮੇਰੀ ਲਾਸ਼ ਵੇਖ ਲੇਗੀ ਉਦੋਂ ਮੇਰੀ ਮਾਂ ਨੂੰ ਸਬਰ ਆ ਜਾਏਗਾ। ਮਤਲਬ ਜਿਹੜੇ ਵੀ ਜੁਝਾਰੂ ਸਿੰਘ ਸੀ ਉਹ ਆਪਣੇ ਮਾਪਿਆਂ ਨੂੰ ਵੀ ਪੂਰਾ ਪਿਆਰ ਕਰਦੇ ਸੀ, ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੇ ਸੀ, ਆਪਣੀ ਕੌਮ ਨੂੰ ਵੀ ਪਿਆਰ ਕਰਦੇ ਸੀ। ਇਸੇ ਪਿਆਰ ਤਹਿਤ ਹੀ ਉਹ ਆਪਣੀ ਕੌਮ ਤੋਂ ਜਾਨਾਂ ਵਾਰ ਗਏ। ਜਿਵੇਂ ਕਿ ਅੱਜ ਤੁਸੀਂ ਦੇਖ ਰਹੇ ਜੇ, ਅੱਜ ਕਿਸਾਨੀ ਸੰਘਰਸ਼ ਵਿੱਚ ਕਿਵੇਂ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਦਿੱਲੀ ਦੇ ਵਿੱਚ ਸੜਕਾਂ ਤੇ ਰੁਲ ਰਹੇ ਹੈਗੇ ਆ।
ਕਿਸ ਤਰੀਕੇ ਦੇ ਨਾਲ ਉਹ ਜਿਹੜਾ ਕਿਸਾਨ ਮਾਰੂ ਕਾਨੂੰਨ ਬਣਾ ਕੇ ਤੇ ਅੱਜ ਸਾਡੇ ਨੌਜਵਾਨਾਂ ਨੂੰ ਫਿਰ ਸੜਕਾਂ ਤੇ ਰੋਲਣ ਲਈ, ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਭੈਣਾਂ ਨੂੰ ਸੜਕਾਂ ਤੇ ਰੋਲਣ ਦੀ ਮਜਬੂਰ ਕਰ ਦਿੱਤਾ ਗਿਆ ਹੈ। ਇਹ ਉਹੀ ਮੰਗਾਂ ਸਨ ਜਦੋਂ ਜੁਝਾਰੂ ਯੋਧਿਆਂ ਨੇ ਇਹ ਆਪਣੀਆਂ ਜਾਨਾਂ ਵਾਰੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਸਾਡੇ ਲਈ ਭਿਆਨਕ ਆ ਰਿਹਾ ਹੈਗਾ ਵਾ। ਇਹ ਜਿਹੜਾ ਸਮਾਂ ਅੱਜ ਅਸੀਂ ਦੇਖ ਰਹੇ ਹਾਂ, ਸ਼ਾਇਦ ਇਹ ਸਮਾਂ ਜਿਹੜਾ ਹੈਗਾ ਵਾ, ਜੇ 1978 ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਘਰਸ਼ ਨਾ ਕਰਦੇ, ਸਾਡੇ ਨੌਜਵਾਨ ਜਾਨਾਂ ਨਾ ਵਾਰਦੇ, ਤਾਂ ਸ਼ਾਇਦ ਇਹ ਸਮਾਂ ਜਿਹੜਾ ਅਸੀਂ ਬਹੁਤ ਟਾਈਮ ਪਹਿਲਾਂ ਹੀ ਵੇਖ ਲੈਣਾ ਸੀ। ਸਾਡੀ ਕੌਮ ਨੇ ਇਹ ਜਿਹੜਾ ਸਮਾਂ ਅੱਗੇ ਪਾ ਦਿੱਤਾ ਗਿਆ, ਜੁਝਾਰੂ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਅੱਗੇ ਪੈ ਗਿਆ। ਹੁਣ ਦੇਖੋ ਜਿਹੜੇ ਵੀ ਇਹ ਸੰਘਰਸ਼ ਚੱਲ ਰਿਹਾ ਹੈਗਾ ਉਸ ਦੇ ਕੀ ਨਤੀਜੇ ਨਿਕਲਦੇ ਆ, ਪਰ ਸਾਡੀ ਕੌਮ ਜਿਹੜੀ ਹੈਗੀ ਆ ਇਹ ਹਰ ਇੱਕ ਜਿਹੜਾ ਅੰਦੋਲਨ ਦਾ ਸਾਹਮਣਾ ਕਰਨ ਲਈ, ਹਰ ਇੱਕ ਜ਼ਿਆਦਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਆ। ਜੀ ਭੈਣ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ 1984 ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਮਤਾਵਾਂ ਸੀਗੀਆਂ, ਜਿੱਦਾਂ ਤੁਸੀਂ ਸਿੰਘ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਗੱਲ ਕੀਤੀ ਕਿ ਉਹਨਾਂ ਨੂੰ ਜਿਹੜਾ ਉਦੋਂ ਮੰਗ ਸੀ ਕਿ ਲਾਸਟ ਪੁਲਿਸ ਦੇ ਕੋਲੋਂ ਕਿ ਮੈਨੂੰ ਜਿਹੜਾ ਪਿੰਡ ਦੇ ਕੋਲ ਜਾ ਕੇ ਸ਼ਹੀਦ ਕੀਤਾ ਜਾਵੇ। ਬਹੁਤ ਸਾਰੀਆਂ ਮਾਤਾਵਾਂ ਭੈਣਾਂ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਲੱਭਦੀਆਂ ਰਹੀਆਂ ਤੇ ਉਹਨਾਂ ਨੂੰ ਜਿਹੜੇ ਆਪਣੇ ਬੱਚੇ ਜਾਂ ਜਿਹੜੇ ਸੁਹਾਗ ਸੀਗੇ ਉਹਨਾਂ ਨੂੰ ਲੱਭੇ ਹੀ ਨਹੀਂ। ਉਹ ਇਸੇ ਆਸ ਦੇ ਵਿੱਚ ਸੀਗੀਆਂ। ਕਈ ਤੁਸੀਂ ਜਾਣਦੇ ਹੋ ਇੱਦਾਂ ਦੇ ਪਰਿਵਾਰਾਂ ਨੂੰ ਜਿਹੜੇ ਅੱਜ ਵੀ ਉਡੀਕ ਕਰ ਰਹੇ ਨੇ ਉਹ ਆਪਣੇ ਬੱਚਿਆਂ ਨੂੰ? ਬਿਲਕੁਲ ਜੀ, ਬਹੁਤ ਸਾਰੇ ਪਰਿਵਾਰ ਨੇ ਮੇਰੇ ਕੋਲ 700-800 ਦੇ ਕਰੀਬ ਜਿਹੜੇ ਪਰਿਵਾਰ ਨੇਗੇ ਉਹ ਆਉਂਦੇ ਨੇਗੇ, ਉਹ ਮਾਵਾਂ ਜਿਹੜੀਆਂ ਉਹਨਾਂ ਨੂੰ ਮਦਦ ਕੀਤੀ ਜਾਂਦੀ ਆ। ਭਾਈ ਮਾਹਦਾ ਸਿੰਘ ਜਿਹੜੇ ਵਾਈ ਪੂਈ ਤੋਂ ਸੀਗੇ, ਉਹਨਾਂ ਦੇ ਬਜ਼ੁਰਗ ਮਾਪੇ ਜਿਹੜੇ ਹੈਗੇ ਆ ਉਹਨਾਂ ਨੂੰ ਭਾਈ ਮਾਹਦਾ ਸਿੰਘ ਨੂੰ ਉਡੀਕਦੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਮੈਂ ਕਈ ਵਾਰੀ ਉਹਨਾਂ ਦੇ ਨਾਲ ਜਦੋਂ ਅਨੰਦਪੁਰ ਸਾਹਿਬ ਉਹ ਰਹਿੰਦੇ ਸੀ ਉੱਥੇ ਜਾਂਦੀ, ਤਾਂ ਮੈਂ ਜਦੋਂ ਉਹਨਾਂ ਨਾਲ ਗੱਲ ਕਰਦੀ ਕਿ ਆਪਾਂ ਜਿਹੜਾ ਹੈਗਾ ਵਾ ਉਹਨਾਂ ਦੀ ਹੁਣ ਅੰਤਮ ਅਰਦਾਸ ਕਰ ਦਈਏ, ਆਪਾਂ ਉਹਨਾਂ ਦਾ ਭੋਗ ਪਾ ਦਈਏ, ਅੰਤਮ ਅਰਦਾਸ ਉਹਨਾਂ ਦੀ ਕਰਦੀ, ਪਰ ਉਹ ਮੰਨਦੇ ਨਹੀਂ ਸੀਗੇ। ਕਹਿੰਦੇ ਨਹੀਂ, ਉਹ ਇੱਕ ਨਾ ਇੱਕ ਦਿਨ ਆਏਗਾ, ਜ਼ਰੂਰ ਆਵੇਗਾ, ਵੀ ਅਸੀਂ ਉਹਦੀ ਅੰਤਮ ਅਰਦਾਸ ਨਹੀਂ ਕਰਨੀ, ਸਾਨੂੰ ਉਮੀਦ ਆ। ਇਸੇ ਤਰ੍ਹਾਂ ਸਾਡਾ ਪਿੰਡ ਕਾਸਤੀਵਾਲ ਜਿਹੜਾ ਹੈਗਾ, ਉੱਥੋਂ ਦੇ ਅਜੀਤ ਸਿੰਘ ਪ੍ਰਧਾਨ ਸੀ, ਇੱਕ ਭਾਈ ਜਸਬੀਰ ਸਿੰਘ ਬਿੱਟੂ ਸੀਗੇ, ਜਿਨ੍ਹਾਂ ਨੂੰ 1991 ਦੇ ਵਿੱਚ ਲਾਪਤਾ ਕਰ ਦਿੱਤਾ ਗਿਆ। ਔਰ ਉਹ ਦੋਨੇ ਪਰਿਵਾਰ ਅੱਜ ਤੱਕ ਜਿਹੜੇ ਹੈਗੇ ਆ ਆਪਣੇ ਜਿਹੜੇ ਹੈਗੇ ਆ ਬੱਚਿਆਂ ਨੂੰ ਉਡੀਕ ਰਹੇ ਆ, ਬਜ਼ੁਰਗ ਮਾਪੇ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਉਡੀਕ ਰਹੇ ਹੈਗੇ ਆ। ਭਾਈ ਅਜੀਤ ਸਿੰਘ ਪ੍ਰਧਾਨ ਦੀ ਸਿੰਘਣੀ, ਉਹਨਾਂ ਦਾ ਪੁੱਤਰ ਅੱਜ ਤੱਕ ਉਡੀਕ ਕਰ ਰਿਹਾ ਹੈਗਾ ਕਿ ਮੇਰੇ ਪਿਤਾ ਜੀ ਆਉਣਗੇ, ਮੇਰਾ ਪਤੀ ਦੇਵ ਆਵੇਗਾ, ਪਰ ਅੱਜ ਤੱਕ ਉਹਨਾਂ ਦੀ ਅੰਤਮ ਅਰਦਾਸ ਨਹੀਂ ਕੀਤੀ ਗਈ ਹੈਗੀ। ਇਸੇ ਤਰ੍ਹਾਂ ਬਹੁਤ ਸਾਰੇ ਪਰਿਵਾਰ ਹੈ ਜਿਹੜੇ ਉਡੀਕ ਕਰ ਰਹੇ ਹੈਗੇ ਆਪਣੇ ਪਿਆਰਿਆਂ ਦੀ। ਭੈਣ ਜੀ, ਜਦੋਂ ਤੁਸੀਂ ਗੱਲ ਕੀਤੀ ਕਿ ਉਸ ਦੌਰ ਦੇ ਵਿੱਚ ਤੁਸੀਂ ਜੇਲ੍ਹ ਦੇ ਵਿੱਚ ਵੀ ਰਹੇ ਹੋ, ਕੋਈ ਘਟਨਾ ਜਿਹੜੀ ਹੈ ਕਿਉਂ ਜੇਲ੍ਹ ਦੇ ਵਿੱਚ ਜਾਣਾ ਪਿਆ, ਕੀ ਉਦੋਂ ਦੌਰ ਸੀਗਾ, ਸਾਂਝਾ ਕਰਨਾ ਚਾਹੂੰਗਾ? ਬਿਲਕੁਲ ਜੀ, ਉਹ ਜਿਹੜਾ ਦੌਰ ਸੀ, ਜਿਹੜਾ ਵੀ ਸੰਘਰਸ਼ ਦੀ ਗੱਲ ਕਰਦਾ ਸੀ, ਆਪਣੇ ਕੌਮੀ ਯੋਧਿਆਂ ਦਾ ਸਾਥ ਦਿੰਦਾ ਸੀਗਾ ਜਾਂ ਆਪਣੇ ਹੱਕੀ ਮੰਗਾਂ ਦੀ ਗੱਲ ਕਰਦਾ ਸੀ, ਉਸ ਨੂੰ ਜੇਲ੍ਹਾਂ ਥਾਣਿਆਂ ਦੇ ਵਿੱਚ ਤਸ਼ੱਦਦ ਦਾ ਸਹਿਣ ਕਰਨਾ ਪੈਂਦਾ ਸੀ। ਇਸੇ ਤਰ੍ਹਾਂ ਹੀ ਮੇਰਾ ਜਿਹੜਾ ਆਨੰਦ ਕਾਰਜ ਹੈਗਾ ਵਾ 19 ਮਾਰਚ 1999 ਨੂੰ ਸਰਦਾਰ ਧਰਮ ਸਿੰਘ ਕਾਸਤੀਵਾਲ ਦੇ ਨਾਲ ਹੁੰਦਾ ਹੈ, ਜਿਹੜੇ ਕਿ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਨ, ਤੇ ਮੈਨੂੰ ਵੀ 3.5 ਸਾਲ ਦਾ ਜਿਹੜਾ ਹੈਗਾ ਅੰਡਰਗਰਾਊਂਡ ਦੀ ਜਿਹੜੀ ਜ਼ਿੰਦਗੀ ਜੀਣੀ ਪਈ ਹੈਗੀ ਆ। ਔਰ ਇਸ ਦੌਰਾਨ ਹੀ ਪੁਲਿਸ ਨੇ ਮੈਨੂੰ ਭਗੌੜਾ ਕਰਾਰ ਦੇ ਦਿੱਤਾ ਸੀਗਾ। ਔਰ 21 ਜੁਲਾਈ 1992 ਨੂੰ ਮੈਨੂੰ ਪੁਤਲੀ ਘਰ ਖਾਲਸਾ ਕਾਲਜ ਦੇ ਲਾਗੋਂ ਜਿਹੜਾ ਹੈਗਾ ਪੁਲਿਸ ਦੇ ਕੈਟਾਂ ਨੇ ਚੁੱਕ ਕੇ ਤੇ ਮੇਰੇ ਤੇ ਝੂਠੇ ਕੇਸ ਪਾ ਕੇ ਜਿਹੜੇ ਹੈਗੇ ਆ ਮੈਨੂੰ ਜੇਲ੍ਹ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ। ਜੀ, ਭਾਈ ਧਰਮ ਸਿੰਘ, ਸ਼ਹੀਦ ਭਾਈ ਧਰਮ ਸਿੰਘ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਸ਼ਹੀਦੀ ਦਾ ਜਾਮ ਉਹ ਪੀਤਾ ਸੀ, ਯਾਦ ਹੈ ਤੁਹਾਨੂੰ? ਬਿਲਕੁਲ ਜੀ, 28 ਦਸੰਬਰ 1992 ਨੂੰ, ਉਸ ਟਾਈਮ ਮੈਂ ਜੇਲ੍ਹ ਵਿੱਚ ਹੀ ਸਾਂ, ਮੈਨੂੰ ਕਰੀਬ ਜੇਲ੍ਹ ਵਿੱਚ ਗਈ ਨੂੰ 7-8 ਮਹੀਨੇ ਹੋ ਗਏ ਸਨ। ਤਾਂ ਅਖਬਾਰਾਂ ਦੀਆਂ ਸੁਰਖੀਆਂ ਤੋਂ ਹੀ ਪੜ੍ਹਿਆ ਕਿ ਉਹ ਇੱਕ ਰਿਕਸ਼ੇ ਤੇ ਜਾ ਰਹੇ ਸੀ ਔਰ ਉੱਥੇ ਉਹਨਾਂ ਦਾ ਪੁਲਿਸ ਮੁਕਾਬਲਾ ਹੋ ਗਿਆ ਤੇ ਉਹ ਸ਼ਹੀਦ ਹੋ ਗਏ। ਪਰ ਜਿਸ ਤਰ੍ਹਾਂ ਬਹੁਤ ਸਾਰੇ ਨੌਜਵਾਨਾਂ ਦੀ ਜਿਹੜੀ ਸ਼ਹਾਦਤ ਹੈਗੀ ਆ ਉਹ ਇੱਕ ਰਹੱਸ ਹੀ ਬਣੀ ਹੋਈ ਆ, ਇਸੇ ਤਰ੍ਹਾਂ ਹੀ ਸਰਦਾਰ ਧਰਮ ਸਿੰਘ ਕਾਸ਼ਤੀਵਾਲ ਹੋਣਾ ਦੀ ਜਿਹੜੀ ਸ਼ਹੀਦੀ ਆ ਉਸ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਕਿ ਉਹਨਾਂ ਨਾਲ ਕੀ ਭਾਣਾ ਵਾਪਰਿਆ ਜਾਂ ਕਿਵੇਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਜੋ ਵੀ ਅਖਬਾਰਾਂ ਤੇ ਆਇਆ ਉਹੀ ਹੈਗਾ ਵਾ ਕਿ ਉਹ ਇਸ ਤਰ੍ਹਾਂ ਰਿਕਸ਼ੇ ਤੇ ਜਾ ਰਹੇ ਸੀਗੇ ਤੇ ਉਹ ਮਤਲਬ ਮ੍ਰਿਤਕ ਦੇਹ ਦੇ ਜਿਹੜੇ ਅੰਤਿਮ ਜਿਹੜੇ ਪੜਾਅ ਸੀਗੇ ਉਹ ਜਿਹੜਾ ਵੇਖਣਾ ਵੀ ਨਸੀਬ ਨਹੀਂ ਹੋਇਆ? ਨਹੀਂ ਜੀ, ਬਿਲਕੁਲ ਨਾ ਤਾਂ ਉਹਨਾਂ ਦੀ ਬਾਡੀ ਦਿੱਤੀ ਗਈ ਹੈਗੀ ਆ, ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਡੈਥ ਸਰਟੀਫਿਕੇਟ ਸੀ ਬਹੁਤ ਸਾਲਾਂ ਦੀ ਘਾਲਣਾ ਤੋਂ ਬਾਅਦ ਜਿਹੜਾ ਹੈਗਾ ਵਾ ਜਿਹੜਾ ਉਹਨਾਂ ਦਾ ਡੈਥ ਸਰਟੀਫਿਕੇਟ ਜਿਹੜਾ ਹੈਗਾ ਵਾ ਉਹ ਸਾਨੂੰ ਨਸੀਬ ਹੋਇਆ ਹੈਗਾ ਵਾ। ਬਿਲਕੁਲ ਉਹਨਾਂ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਦੇ ਨਾਲ ਕੀ ਵਾਪਰਿਆ, ਕਿਵੇਂ ਉਹਨਾਂ ਦੀ ਸ਼ਹਾਦਤ ਹੁੰਦੀ ਹੈਗੀ। ਜੀ, ਜਦੋਂ ਤੁਸੀਂ ਜੇਲ੍ਹ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ ਸਾਨੂੰ ਪਤਾ ਲੱਗਦੀ ਹੈ ਅਖਬਾਰਾਂ ਦੀ ਸੁਰਖੀਆਂ ਤੋਂ ਤੇ ਭਾਈ ਸਾਹਿਬ ਸ਼ਹੀਦ ਹੋ ਗਏ ਨੇ, ਔਰ ਉਸ ਤੋਂ ਬਾਅਦ ਫਿਰ ਕਿਉਂਕਿ ਸਦਮਾ ਵੱਡਾ ਸੀਗਾ,
ਕਿਸੇ ਤੇ ਸਦਮੇ ਤੋਂ ਕਿਸ ਤਰ੍ਹਾਂ ਉੱਭਰੇ ਔਰ ਕਿਸ ਤਰ੍ਹਾਂ ਸੋਚਿਆ ਕਿ ਮੈਂ ਜਿਹੜੇ ਸ਼ਹੀਦੀ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਨੇ, ਜਿਨ੍ਹਾਂ ਬੱਚਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਜਿਨ੍ਹਾਂ ਮਾਤਾਵਾਂ ਦੇ ਜਿਹੜੇ ਪੁੱਤ ਸ਼ਹੀਦ ਹੋ ਗਏ ਨੇ, ਉਹਨਾਂ ਨੂੰ ਸਾਂਭ ਸੰਭਾਲ ਦਾ ਜਿਹੜਾ ਉਪਰਾਲਾ ਕਰਨਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ? ਹਾਂ, ਜਦੋਂ ਇਹ ਸ਼ਹੀਦ ਹੁੰਦੇ ਆ ਤਾਂ 1-2 ਦਿਨ ਬਾਅਦ ਹੀ ਮੈਨੂੰ ਜਿਹੜੀ ਹੈਗੀ ਆ ਪਟਿਆਲੇ ਦੀ ਪੁਲਿਸ ਜਿਹੜੀ ਹੈਗੀ ਆ ਉਹ ਉੱਥੇ ਮਾਈ ਦੀ ਸਰਾਂ ਜਿਹੜਾ ਇੰਟਰੋਗੇਟ ਸੈਂਟਰ ਬਣਾਇਆ ਹੋਇਆ ਸੀਗਾ, ਉੱਥੇ ਰਿਮਾਂਡ ਤੇ ਲੈ ਜਾਂਦੀ ਆ। ਔਰ ਮੈਨੂੰ ਜਿੰਨੀ ਦੇਰ ਤੱਕ ਇਹਨਾਂ ਦਾ ਭੋਗ ਨਹੀਂ ਪੈਂਦਾ ਉਨੀ ਦੇਰ ਤੱਕ ਮੈਨੂੰ ਉੱਥੇ ਪੁਲਿਸ ਰਿਮਾਂਡ ਤੇ ਰੱਖਿਆ ਜਾਂਦਾ ਏ। ਔਰ ਮੇਰੇ ਤੇ ਫਿਰ ਹੋਰ ਝੂਠੇ ਪਰਚੇ ਜਿਹੜੇ ਦਰਜ ਕਰਕੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਏ। ਜਿਸ ਤਰ੍ਹਾਂ ਕਿ ਹਰ ਇੱਕ ਜੋ ਜੁਝਾਰੂਆਂ ਦੇ ਪਰਿਵਾਰ ਸੀਗੇ ਉਹ ਇਸ ਸਦਮੇ ਵਿੱਚੋਂ ਲੰਘਦੇ ਹੈਗੇ ਆ। ਮੈਨੂੰ ਵੀ 1 ਸਾਲ ਬਹੁਤ ਜ਼ਿਆਦਾ ਮੇਰੇ ਲਈ ਜਿਹੜਾ ਹੈਗਾ ਵਾ ਉਹ ਦਰਦ ਭਰਿਆ ਰਿਹਾ ਹੈਗਾ ਵਾ। ਬਹੁਤ ਪਰੇਸ਼ਾਨੀ ਦੇ ਵਿੱਚ ਮੈਂ ਰਹੀ ਹੈਗੀ ਹਾਂ, ਪਰ 1 ਸਾਲ ਬਾਅਦ ਫਿਰ ਹੌਲੀ ਹੌਲੀ ਮੈਂ ਇਸ ਸਦਮੇ ਵਿੱਚੋਂ ਬਾਹਰ ਨਿਕਲ ਕੇ ਔਰ ਆਪਣੀ ਕੌਮ ਦੇ ਬਾਰੇ, ਆਪਣੀ ਕੌਮ ਦੇ ਬੱਚਿਆਂ ਦੇ ਬਾਰੇ, ਜਿਹੜੇ ਜੁਝਾਰੂ ਯੋਧੇ ਸੀ ਉਹਨਾਂ ਦੇ ਬੱਚਿਆਂ ਦੇ ਬਾਰੇ 'ਚ ਸੋਚਣਾ ਸ਼ੁਰੂ ਕੀਤਾ ਕਿ ਮੈਂ ਜਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਰਹਿੰਦੀ ਆ ਮੈਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਆ ਕੌਮ ਦੇ ਲੇਖੇ ਹੀ ਲਾਉਣੀ ਹੈਗੀ ਆ। ਔਰ ਇਸੇ ਤਰ੍ਹਾਂ ਹੀ ਹੌਲੀ ਹੌਲੀ ਮੈਂ ਇਹ ਜੁਝਾਰੂ ਸਿੰਘਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਆ ਪੜ੍ਹਾਈ ਲਿਖਾਈ ਦਾ ਕੁਝ ਦੇ ਲੋਕਾਂ ਦੇ ਨਾਲ ਮਿਲ ਕੇ ਤੇ ਉਪਰਾਲਾ ਸ਼ੁਰੂ ਕਰ ਦਿੱਤਾ। 1976 ਦੇ ਵਿੱਚ ਤੁਸੀਂ ਇਹਦੀ ਸ਼ੁਰੂਆਤ ਕੀਤੀ ਚੈਰੀਟੇਬਲ ਸੰਸਥਾ ਦੀ? 1996 ਦੇ ਵਿੱਚ ਹਾਂਜੀ ਇਹ ਜਿਹੜੇ ਟਰਸਟ ਦੀ ਸ਼ੁਰੂਆਤ ਕੀਤੀ ਜੀ। 96 ਦੇ ਵਿੱਚ ਤੁਸੀਂ ਸ਼ੁਰੂਆਤ ਕਰਦੇ ਹੋ ਔਰ ਉਸ ਟਾਈਮ ਤੁਹਾਡਾ ਸਾਥ ਕਿਸੇ ਨਾ ਕਿਸੇ ਨੇ ਦਿੱਤਾ ਸੀ ਕਿ ਜਾਂ ਫਿਰ ਇਕੱਲੇ ਬੀੜਾ ਚੱਕਿਆ ਸੀ? ਦੇਖੋ ਉਸ ਟਾਈਮ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸੰਤ ਬਾਬੇ ਸੀ ਉਹਨਾਂ ਕੋਲ ਵੀ ਗਏ, ਜਿੰਨੇ ਵੀ ਉਸ ਟਾਈਮ ਲੀਡਰ ਸੀ ਜਾਂ ਜਿਨ੍ਹਾਂ ਬਾਰੇ ਅਸੀਂ ਸੋਚਦੇ ਸੀ ਕਿ ਇਹ ਲੋਕ ਸਾਡੀ ਹੈਲਪ ਕਰ ਸਕਦੇ ਆ, ਪਰ ਸਾਡੀ ਹੈਲਪ ਕਿਸੇ ਨੇ ਵੀ ਨਹੀਂ ਕੀਤੀ। ਉਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਸਰਦਾਰ ਗੁਰਚਰਨ ਸਿੰਘ ਟੌੜਾ ਸੀਗੇ, ਉਹਨਾਂ ਕੋਲ ਵੀ ਅਸੀਂ ਬਹੁਤ ਵਾਰੀ ਜਾਂਦੇ ਰਹੇ ਕਿ ਤੁਸੀਂ ਸਾਡੀ ਹੈਲਪ ਕਰੋ, ਪਰ ਉਹਨਾਂ ਨੇ ਵੀ ਕੋਈ ਹੈਲਪ ਨਹੀਂ ਕੀਤੀ। ਅਖੀਰ 3-4 ਸਾਲ ਬੀਤਣ ਤੋਂ ਬਾਅਦ ਜਿਹੜੀ ਆ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਪ੍ਰਧਾਨ ਸੀ ਟੌੜਾ ਸਾਹਿਬ, ਉਹਨਾਂ ਨੇ ਸਾਨੂੰ 5 ਲੱਖ ਦਾ ਚੈੱਕ ਜਿਹੜਾ ਭੇਜਿਆ ਹੈਗਾ ਕਿ ਜਿਹਦੇ ਵਿੱਚੋਂ ਅਸੀਂ ਕੁਝ ਬਿਲਡਿੰਗ ਬਣਾਉਣ ਦੇ ਲਈ 52 ਕੁਇੰਟਲ ਸਰੀਆ, 1 ਲੱਖ ਇੱਟ ਤੇ 350 ਥੈਲੇ ਜਿਹੜੇ ਸੀਮੈਂਟ ਦੇ ਅਸੀਂ ਖਰੀਦ ਕੇ ਔਰ ਬਾਕੀ ਜਿਹੜੇ ਪੈਸੇ ਸੀ ਉਹ ਲੇਬਰ ਲਾ ਕੇ ਤੇ ਜਿਹੜੀ ਬਿਲਡਿੰਗ ਦੀਆਂ ਅਸੀਂ ਨੀਹਾਂ ਭਰ ਦਿੱਤੀਆਂ ਗਈਆਂ। ਔਰ ਇਸੇ ਤਰ੍ਹਾਂ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦਿਨਾਂ 'ਚ 13 ਲੱਖ ਦੀ ਜਿਹੜੀ ਸਾਡੀ ਮਦਦ ਜਿਹੜੀ ਕੀਤੀ ਗਈ ਆ। ਉਸ ਤੋਂ ਇਲਾਵਾ ਸਾਡੀ ਕਿਸੇ ਨੇ ਵੀ ਨਹੀਂ ਮਦਦ ਕੀਤੀ, ਸਿਰਫ ਤੇ ਸਿਰਫ ਜਿਹੜੇ ਆਮ ਜਿਹੜੀ ਸੰਗਤ ਹੈਗੀ ਆ ਸਿੱਖ ਸੰਗਤਾਂ ਉਹਨਾਂ ਨੇ ਹੀ ਸਾਡੀ ਮਦਦ ਕੀਤੀ ਆ। ਹੋਰ ਕਿਸੇ ਵੀ ਜਥੇਬੰਦੀ ਵੱਲੋਂ ਕਿਸੇ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇਗੀਆਂ ਉਹਨਾਂ ਵੱਲੋਂ ਜਾਂ ਦਿੱਲੀ ਕਮੇਟੀ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ। 1996 ਚ ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਤੇ ਪਰੇਸ਼ਾਨ ਨਹੀਂ ਕੋਈ ਕੀਤਾ ਗਿਆ ਤੁਹਾਨੂੰ? ਬਿਲਕੁਲ ਜੀ, ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਰਿਹਾ ਵਾ। ਸੰਸਥਾ ਦੀ ਸਥਾਪਨਾ ਦੌਰਾਨ ਮੈਂ ਜਦੋਂ ਵੀ ਦਰਬਾਰ ਸਾਹਿਬ ਜਾਂਦੀ ਸਾਂ ਤਾਂ ਮੇਰੇ ਸਿਸਟਰ ਜਿਹੜੇ ਸੀਗੇ ਉਹ ਸ਼੍ਰੋਮਣੀ ਕਮੇਟੀ 'ਚ ਲੱਗੇ ਹੋਏ ਸੀਗੇ, ਉਹਨਾਂ ਦੇ ਦਫ਼ਤਰ ਪੁਲਿਸ ਵਾਲੇ CID ਵਾਲੇ ਪਹੁੰਚ ਜਾਂਦੇ ਕਿ ਸੰਦੀਪ ਕੌਰ ਆਈ ਆ। ਮੈਂ ਜਦੋਂ ਆਪਣੇ ਪਿੰਡ ਜਾਂਦੀ ਤਾਂ ਉਦੋਂ ਵੀ ਜਿਹੜੇ ਏਜੰਸੀਆਂ ਦੇ ਬੰਦੇ ਸੀਗੇ ਉਹ ਮੈਨੂੰ ਕਹਿੰਦੇ ਕਿ ਜਦੋਂ ਵੀ ਤੁਸੀਂ ਆਪਣੇ ਪਿੰਡ ਆਉਂਦੇ ਜੇ ਸਾਨੂੰ ਲਿਖਾ ਕੇ ਆਇਆ ਕਰੋ ਥਾਣੇ ਦੇ ਵਿੱਚ ਕਿ ਤੁਸੀਂ ਕਿੰਨੇ ਦਿਨ ਇੱਥੇ ਰਹਿਣਾ ਹੈਗਾ, ਕਦੋਂ ਤੁਸੀਂ ਵਾਪਸ ਜਾਣਾ ਹੈਗਾ। ਫਿਰ ਅਸੀਂ ਸਿੰਘ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਉਂਦੇ ਸੀਗੇ 28 ਨਵੰਬਰ ਨੂੰ ਹਰ ਸਾਲ ਮਨਾਉਂਦੇ ਸੀਗੇ, ਉੱਥੇ ਵੀ ਸਿੰਘ ਸੰਗਤਾਂ ਜਿਹੜੀਆਂ ਸ਼ੁਰੂ ਤੋਂ ਬਹੁਤ ਵੱਧ ਚੜ ਕੇ ਸ਼ਹੀਦ ਪਰਿਵਾਰ ਆਉਂਦੇ ਸੀਗੇ। ਉਸ ਤੋਂ ਵੀ ਏਜੰਸੀਆਂ ਨੂੰ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਤਕਲੀਫ ਰਹੀ ਹੈਗੀ ਆ ਕਿ ਇਹ ਸ਼ਹੀਦੀ ਦਿਹਾੜਾ ਕਿਉਂ ਮਨਾਇਆ ਜਾਂਦਾ। ਹਰ ਇੱਕ ਕੋਈ ਵੀ ਛੋਟਾ ਵੱਡਾ ਜੋ ਵੀ ਸਾਡਾ ਪ੍ਰੋਗਰਾਮ ਹੁੰਦਾ ਸੀਗਾ ਏਜੰਸੀਆਂ ਦੇ ਬੰਦੇ ਹਮੇਸ਼ਾ ਆਣ ਕੇ ਪਰੇਸ਼ਾਨ ਕਰਦੇ ਸੀਗੇ। ਸਮਾਂ ਤਾਂ ਬਦਲਿਆ ਪਰ ਜਿਹੜੀਆਂ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਉਹ ਹੋ ਹੀ ਰਹੀਆਂ। ਬਿਲਕੁਲ ਜੀ, ਸਰਕਾਰਾਂ ਅੱਜ ਵੀ ਸਾਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੀਆਂ ਹਨ। ਅੱਜ ਵੀ ਕਿਸੇ ਵੀ ਤਰ੍ਹਾਂ ਦੀ ਸਾਡੀ ਕੋਈ ਪੁਲਿਸ ਇਨਕੁਆਇਰੀ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਤੇ ਅੱਜ ਵੀ ਸ਼ੱਕ ਦੀ ਨਜ਼ਰ ਨਾਲ ਹੀ ਸਾਨੂੰ ਦੇਖਿਆ ਜਾਂਦਾ ਹੈਗਾ ਵਾ। ਜਦੋਂ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਪਰਿਵਾਰ ਜਿਹੜੇ ਸੀਗੇ ਉਸ ਤਰ੍ਹਾਂ ਤੁਹਾਡੇ ਵੱਲੋਂ ਜਿਹੜੀ ਪਹੁੰਚ ਕੀਤੀ ਜਾਂਦੀ ਹੈ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਬੱਚਿਆਂ ਦੀ ਜਾਂ ਮਾਤਾਵਾਂ ਦੀ ਦੇਖਭਾਲ ਦੀ, ਜਾਂ ਕਿੱਦਾਂ ਸੰਪਰਕ ਸਾਧਿਆ ਜਾਂਦਾ? ਬਿਲਕੁਲ ਜੀ, ਇਸੇ ਹੀ ਸੰਘਰਸ਼ ਵਿੱਚ ਰਹਿਣ ਕਰਕੇ ਮੈਨੂੰ ਬਹੁਤ ਸਾਰੇ ਸਿੰਘਾਂ ਦੇ ਬਾਰੇ, ਉਹਨਾਂ ਦੇ ਪਰਿਵਾਰਾਂ ਦੇ ਬਾਰੇ ਜਾਣਕਾਰੀ ਸੀਗੀ ਕਿ ਕਿਹੜੇ ਸਿੰਘ ਜਿਹੜੇ ਸੰਘਰਸ਼ ਵਿੱਚ ਸ਼ਹੀਦ ਹੋਏ ਆ, ਕਿਹੜੇ ਵਿਆਹੇ ਸੀ, ਕਿਹੜੇ ਅਨਮੈਰਿਡ ਸੀ, ਤੇ ਉਹਨਾਂ ਪਰਿਵਾਰਾਂ ਦੇ ਡੋਰ ਟੂ ਡੋਰ ਜਾ ਕੇ ਅਸੀਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਨੂੰ ਇਕੱਠਿਆਂ ਕੀਤਾ। ਔਰ ਉਸ ਟਾਈਮ 2.5-3 ਸਾਲਾਂ ਤੱਕ ਤਾਂ ਇਹੀ ਚੱਲਦਾ ਰਿਹਾ ਕਿ ਅਸੀਂ ਬੱਚਿਆਂ ਨੂੰ ਲਿਆ ਕੇ
ਉਹਨਾਂ ਦੀ ਐਡਮਿਸ਼ਨ ਕਰਾਉਣੀ ਆ, ਉਹਨਾਂ ਦੀ ਯੂਨੀਫਾਰਮ ਸਕੂਲ ਬੈਗ ਤਿਆਰ ਕਰਨੇ ਆ, ਤਾਂ ਹਫਤੇ 10 ਦਿਨਾਂ ਬਾਅਦ ਉਹਨਾਂ ਦੀਆਂ ਬਜ਼ੁਰਗ ਦਾਦੀਆਂ ਜਾਂ ਉਹਨਾਂ ਦੀ ਮਦਰ ਸਾਡੇ ਕੋਲ ਪਹੁੰਚ ਜਾਂਦੀਆਂ ਸੀ ਕਿ ਅਸੀਂ ਬੱਚੇ ਨੂੰ ਵਾਪਸ ਲੈ ਕੇ ਜਾਣਾ ਹੈ। ਜਦੋਂ ਅਸੀਂ ਕਹਿੰਦੇ ਕਿ ਨਹੀਂ ਬੱਚੇ ਨੂੰ ਸਾਨੂੰ ਤੁਸੀਂ ਪੜ੍ਹਾਉਣ ਦੇਵੋ ਸਾਂ, ਤਾਂ ਉਹ ਇੱਕ ਅਫਵਾਹ ਫੈਲਾ ਦਿੱਤੀ ਜਾਂਦੀ ਸੀ ਕਿ ਇਹਨਾਂ ਨੇ ਬੱਚਿਆਂ ਨੂੰ ਫਿਰ ਤੁਹਾਡਿਆਂ ਨੂੰ ਖਾੜਕੂ ਬਣਾ ਦੇਣਾ ਹੈਗਾ, ਇਹਨਾਂ ਨੇ ਪੜ੍ਹਾਉਣਾ ਨਹੀਂ ਹੈਗਾ, ਇਹਨਾਂ ਨੇ ਪੜ੍ਹਾਈ ਦੇ ਨਾਂ 'ਤੇ ਇਹ ਕਰਨਾ ਉਹ ਕਰਨਾ। ਬਹੁਤ ਤਰ੍ਹਾਂ ਦੀਆਂ ਅਫਵਾਹਾਂ ਦੇ ਵਿੱਚੋਂ ਬਹੁਤ ਤਰ੍ਹਾਂ ਦੀ ਸਟਰਗਲ ਸਾਨੂੰ ਸਟਾਰਟਿੰਗ ਦੇ ਵਿੱਚ ਕਰਨੀ ਪਈ। ਤਾਂ ਫਿਰ ਇੱਥੋਂ ਤੱਕ ਜਿਹੜੇ ਹੈਗੇ, ਜਿੰਨੀ ਦੇਰ ਤੱਕ ਲੋਕਾਂ ਨੂੰ ਪੂਰੇ ਵਧੀਆ ਤਰੀਕੇ ਨਾਲ ਵਿਸ਼ਵਾਸ ਨਹੀਂ ਹੋ ਗਿਆ ਕਿ ਅਸੀਂ ਬੱਚਿਆਂ ਨੂੰ ਸਿਰਫ ਪੜ੍ਹਾਉਣਾ ਹੀ ਹੈਗਾ, ਹੋਰ ਕੁਝ ਨਹੀਂ ਕਰਨਾ, ਉਨੀ ਦੇਰ ਤੱਕ ਸਾਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪਿਆ ਹੈਗਾ। ਜੀ ਬਿਲਕੁਲ ਜੀ, ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ, ਅੱਜ ਦੀ ਡੇਟ ਦੇ ਵਿੱਚ ਭਾਵੇਂ ਕਿ ਹਾਲਾਤ ਬਦਲੇ ਨੇ, ਪਰ ਅੱਜ ਵੀ ਸਿੱਖਾਂ ਨੂੰ ਵੱਖਵਾਦੀ ਔਰ ਅੱਤਵਾਦੀ ਕਹਿ ਕੇ ਸਾਡੇ ਹੀ ਦੇਸ਼ ਦੇ ਵਿੱਚ ਭੰਡਿਆ ਜਾ ਰਿਹਾ ਹੈ। ਹਾਲਾਂਕਿ ਦੇਸ਼ਾਂ ਵਿਦੇਸ਼ਾਂ ਦੀ ਬਹੁਤ ਸਾਰੀ ਸੰਗਤ ਹੈ ਜਿਹੜੀ ਇਹ ਪ੍ਰਚਾਰ, ਜਦੋਂ ਬਾਹਰਲੇ ਮੁਲਕਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਿੱਖਾਂ ਨੂੰ ਬਹੁਤ ਹੀ ਨਰਮਾਈ ਇਨਸਾਨ ਸਮਝਿਆ ਜਾਂਦਾ, ਪਰ ਸਾਡੇ ਦੇਸ਼ ਦੇ ਜਿਹੜੇ ਹਾਲਾਤ ਨੇ ਇਸ ਤੋਂ ਬਿਲਕੁਲ ਉਲਟ ਨੇ। ਕੀ ਸਮਝਦੇ ਹੋ, ਇਹ ਗੱਲ ਨਾਲ ਸਹਿਮਤ ਹੋ ਤੁਸੀਂ? ਹਾਂ ਬਿਲਕੁਲ ਜੀ, ਸਾਨੂੰ ਬਾਬੇ ਨਾਨਕ ਦੀ ਧਰਤੀ ਤੇ ਸਾਡੇ ਗੁਰੂਆਂ ਦੀ ਧਰਤੀ ਦੇ ਉੱਤੇ ਹੀ ਗਦਾਰਾਂ ਦੇ ਖਿਤਾਬ ਵੀ ਦਿੱਤੇ ਜਾਂਦੇ ਹੈਗੇ, ਦੇਸ਼ ਧਰੋਹੀਆਂ ਦੇ ਖਿਤਾਬ ਵੀ ਦਿੱਤੇ ਜਾਂਦੇ ਆ। ਸਾਨੂੰ ਆਪਣੇ ਹੀ ਘਰ ਵਿੱਚ ਬਗਾਨਿਆਂ ਵਾਂਗੂ ਸਾਡੇ ਨਾਲ ਸਲੂਕ ਕੀਤਾ ਜਾਂਦਾ ਹੈਗਾ ਵਾ। ਕਿਸੇ ਵੀ ਪੱਖ ਤੋਂ ਦੇਖ ਲਓ, ਹਰ ਇੱਕ ਪੱਖ ਤੋਂ ਹਰ ਇੱਕ ਆਪਣੇ ਹੱਕੀ ਮੰਗਾਂ ਲਈ ਸਾਨੂੰ ਹਮੇਸ਼ਾ ਸੰਘਰਸ਼ ਦਾ ਰਸਤਾ ਹੀ ਅਖਤਿਆਰ ਕਰਨਾ ਪੈਂਦਾ ਏ। ਜਦ ਕਿ ਦੂਜੇ ਮੁਲਕਾਂ ਵਿੱਚ ਸਿੱਖਾਂ ਨੂੰ ਜਿਹੜਾ ਹੈਗਾ, ਸਿੱਖਾਂ ਦੀ ਪੱਗ ਨੂੰ ਸਤਿਕਾਰ ਮਿਲਦਾ ਏ, ਮਾਣ ਮਿਲਦਾ ਹੈਗਾ, ਉਹਨਾਂ ਦੇ ਹੱਕ ਮਿਲਦੇ ਆ, ਪਰ ਸਾਨੂੰ ਆਪਣੀ ਹੀ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਜਿਹੜਾ ਹੈਗਾ ਵਾ ਸਾਡੇ ਨਾਲ ਪਰਾਇਆਂ ਵਰਗਾ ਜਿਹੜਾ ਸਲੂਕ ਉਹ ਕੀਤਾ ਜਾਂਦਾ ਹੈ। ਜੀ ਭੈਣ ਜੀ ਬਿਲਕੁਲ, ਕਿਉਂਕਿ ਸਦਮਾ ਉਦੋਂ ਵੱਡਾ ਸੀਗਾ, ਸਦਮੇ ਤੋਂ ਖੁਦ ਉੱਭਰਨਾ, ਫਿਰ ਉਸ ਤੋਂ ਬਾਅਦ ਇੱਕ ਸੰਸਥਾ ਦੀ ਸਥਾਪਨਾ ਕਰਨੀ ਤੁਹਾਨੂੰ ਕਾਫੀ ਕਾਬਲੇ ਤਾਰੀਫ ਹੈ, ਔਰ ਸਾਡੀ ਟੀਮ ਦੇ ਵੱਲੋਂ ਵੀ ਤੁਹਾਡੇ ਨਾਲ ਦਿਲੀ ਹਮਦਰਦੀ ਹੈ। ਔਰ ਜਿੱਦਾਂ ਆਪਾਂ ਗੱਲ ਕੀਤੀ ਕਿ ਇਹ ਸੰਸਥਾ ਹੁਣ ਕਾਫੀ ਵੱਧ ਫੁੱਲ ਰਹੀ ਹੈ, ਕਿੰਨੇ ਕੁ ਬੱਚੇ ਹੈ ਤੁਹਾਡੇ ਕੋਲ ਜਿਹੜੇ ਇੱਥੇ ਸਿੱਖਿਆ ਹਾਸਲ ਕਰ ਰਹੇ ਨੇ, ਜਾਂ ਬਜ਼ੁਰਗ ਕਿੰਨੀ ਕੁ ਸੰਖਿਆ ਉਹਨਾਂ ਦੀ? ਮੇਰੇ ਕੋਲ ਇਸ ਟਾਈਮ 200 ਤੋਂ ਉੱਪਰ ਬੱਚੀਆਂ ਤੇ ਬੀਬੀਆਂ ਨੇ, ਸ਼ਹੀਦਾਂ ਦੀਆਂ ਮਾਤਾਵਾਂ ਨੇਗੀਆਂ ਜਿਹੜੀਆਂ ਇਸ ਸੰਸਥਾ ਵਿੱਚ ਰਹਿ ਰਹੀਆਂ ਨੇ। ਪਰ ਹੋਰ ਬਹੁਤ ਸਾਰੀਆਂ ਬਜ਼ੁਰਗ ਸ਼ਹੀਦਾਂ ਦੀਆਂ ਮਾਤਾਵਾਂ ਜਿਹੜੀਆਂ ਨੇਗੀਆਂ, ਜਿਨ੍ਹਾਂ ਨੂੰ ਘਰਾਂ ਵਿੱਚ ਰਹਿ ਕੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈਗਾ ਵਾ। ਮੈਂ ਜ਼ਿਆਦਾ ਕੁਝ ਤਾਂ ਨਹੀਂ ਕਹਿਣਾ ਚਾਹੁੰਦੀ, ਪਰ ਜਦੋਂ ਉਹ ਬਜ਼ੁਰਗ ਮਾਤਾਵਾਂ ਮੇਰੇ ਕੋਲ ਆਣ ਕੇ ਆਪਣੇ ਦੁੱਖ ਸੁੱਖ, ਮੈਂ ਉਹਨਾਂ ਦੇ ਨਾਂ ਤਾਂ ਨਹੀਂ ਲੈ ਕੇ ਗੱਲ ਕਰਨਾ ਚਾਹੁੰਦੀ, ਪਰ ਇੱਕ ਬਜ਼ੁਰਗ ਮਾਤਾ ਜਿਹੜੀ ਹੈ ਜਿਹਨੇ ਮੈਨੂੰ ਆਣ ਕੇ ਆਪਣਾ ਦੁੱਖ ਦੱਸਿਆ ਕਿ ਥੋੜ੍ਹੇ ਦਿਨ ਹੋਏ ਆ, ਕਹਿੰਦੀ ਮੈਨੂੰ ਬਾਥਰੂਮ ਵਿੱਚੋਂ ਮੇਰੇ ਲੜਕੇ ਨੇ ਪਾਣੀ ਦੀ ਬਾਲਟੀ ਨਹੀਂ ਭਰਨ ਦਿੱਤੀ ਹੈਗੀ। ਜਦੋਂ ਮੈਂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਕਿਉਂ, ਤਾਂ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਛੋਟੇ ਹੀ ਜਦੋਂ ਉਹਨਾਂ ਦਾ ਜਿਹੜੇ ਪਿਤਾ ਜੀ ਸੀ ਸ਼ਹੀਦ ਹੋ ਗਏ ਸੀਗੇ। ਔਰ ਭੈਣ ਜੀ ਦਿਲੋਂ ਹਮਦਰਦੀ ਹੈ, ਕਿਉਂਕਿ ਵੱਡਾ ਸੰਤਾਪ ਹੈ ਅੱਜ ਦੀ ਡੇਟ ਦੇ ਵਿੱਚ ਵੀ। ਦਰਸ਼ਕੋ ਤੁਸੀਂ ਦੇਖ ਸਕਦੇ ਹੋ, ਇਹ ਭੈਣ ਹੈ ਸਾਡੀ, ਠੀਕ ਹੈ, ਜਿਨ੍ਹਾਂ ਦੇ ਵੱਲੋਂ ਦਿਲੀ ਹਮਦਰਦੀ ਹੈ ਔਰ ਵੱਡਾ ਜਿਹੜਾ ਉਪਰਾਲਾ ਹੈ ਕੀਤਾ ਜਾ ਰਿਹਾ। ਭੈਣ ਜੀ ਬਹੁਤ ਵੱਡਾ ਉਪਰਾਲਾ ਹੈ, ਸ਼ਾਇਦ ਕੋਈ ਵੀ ਨਹੀਂ ਕਰ ਸਕਦਾ। ਅਸੀਂ ਖੁਦ ਜਿਹੜਾ ਹੈ ਜਿੱਦਾਂ ਤੁਸੀਂ ਕਰ ਰਹੇ ਹੋ, ਸਾਨੂੰ ਦਿਲੋਂ ਹਮਦਰਦੀ ਹੈ ਔਰ ਪਰਮਾਤਮਾ ਜ਼ਰੂਰ ਇੱਕ ਦਿਨ ਸੁਣੇਗਾ। ਔਰ ਦਰਸ਼ਕੋ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ, ਤਸਵੀਰਾਂ ਜਿਹੜੀਆਂ ਨੇ ਦਰਦ ਭਰੀਆਂ ਨੇ। ਵੱਡਾ ਜਿਹੜਾ ਹੈ, ਕਿਉਂਕਿ ਇੱਕ ਬੰਦੇ ਦੇ ਲਈ ਜਿਸ ਨੇ ਆਪਣੇ ਪਿੰਡੇ ਦੇ ਉੱਤੇ ਉਹ ਸੰਤਾਪ ਝੱਲਿਆ ਹੁੰਦਾ ਹੈ, ਉਹਦੇ ਲਈ ਉਸ ਸਦਮੇ ਦੇ ਵਿੱਚੋਂ ਬਾਹਰ ਆਉਣਾ, ਉਸ ਤੋਂ ਬਾਅਦ ਸਦਮੇ ਦੇ ਵਿੱਚੋਂ ਬਾਹਰ ਆ ਕੇ ਇੱਕ ਪ੍ਰਣ ਕਰਨਾ ਕਿ ਮੇਰੇ ਪਰਿਵਾਰ ਜਿਹੜੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸੰਤਾਪ ਚੱਲੇ ਨੇ, ਉਹਨਾਂ ਦੀ ਹਮਦਰਦੀ ਉਹਨਾਂ ਦੇ ਲਈ ਜ਼ਾਹਿਰ ਕਰਨੀ, ਉਹਨਾਂ ਦੇ ਬੱਚਿਆਂ ਦਾ ਭਵਿੱਖ ਬਾਰੇ ਸੋਚਣਾ, ਉਹਨਾਂ ਦੀਆਂ ਮਾਤਾਵਾਂ ਬਾਰੇ ਸੋਚਣਾ, ਵਾਕਿਆ ਹੀ ਇਹ ਕਾਬਲੇ ਤਾਰੀਫ ਹੈ। ਔਰ ਭੈਣ ਜੀ ਤੁਸੀਂ ਬਜ਼ੁਰਗਾਂ ਦੇ ਨਾਲ ਸਾਡੀ ਗੱਲ ਕਰਵਾ ਸਕਦੇ ਹੋ? ਹਾਂਜੀ ਬਿਲਕੁਲ ਜੀ। ਜਿਹੜੀ ਕਾਮਨਾ ਇਹੀ ਹੈ ਕਿ ਵੱਧ ਤੋਂ ਵੱਧ ਇਹ ਸੰਸਥਾ ਜਿਹੜੀ ਹੈ ਵਧੇ ਫੁੱਲੇ, ਕਿਉਂਕਿ ਬਹੁਤ ਸਾਰੇ ਇੱਥੇ ਪਰਿਵਾਰ ਨੇ ਜਿਨ੍ਹਾਂ ਦਾ ਇਹ ਭੈਣ ਜੀ ਜਿਹੜੇ ਨੇ ਆਸਰਾ ਬੜੇ ਨੇ। ਔਰ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ, ਅੰਦਰ ਦੀਆਂ ਤਸਵੀਰਾਂ ਨੇ। ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ। ਦਰਸ਼ਕੋ ਕੋਸ਼ਿਸ਼ ਸਾਡੀ ਟੀਮ ਦੀ ਵੀ ਇਹੀ ਰਹਿੰਦੀ ਹੈ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿੰਨੇ ਵੀ ਸਾਨੂੰ ਲੋਕ ਦੇਖਦੇ ਨੇ, ਤਰਾਸਦੀ ਰਹੀ ਹੈ ਸਿੱਖਾਂ ਦੀ। ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ, ਉਹਨਾਂ ਨੂੰ ਜਿੱਦਾਂ ਭੈਣ ਜੀ ਨੇ ਗੱਲ ਕੀਤੀ ਕਿ ਵੱਖਵਾਦੀ
ਅੱਤਵਾਦੀ ਕਹਿ ਕੇ ਅੱਜ ਵੀ ਪੁਕਾਰਿਆ ਜਾਂਦਾ ਹੈ, ਭਾਵੇਂ ਕਿ 1984 ਦੇ ਸਮੇਂ ਨੂੰ 34 ਸਾਲ ਬੀਤ ਚੁੱਕੇ ਨੇ, ਪਰ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਸਿੱਖਾਂ ਦੇ ਪ੍ਰਤੀ ਜਿਹੜੀਆਂ ਨੇ ਨਰਮਾਈ ਹਿਰਦੇ ਨਹੀਂ ਵਰਤਾ ਰਹੀਆਂ। ਲਗਾਤਾਰ ਸਾਡੇ ਜਿਹੜਾ ਪੰਜਾਬ ਦਾ ਕਿਸਾਨ ਹੈ, ਦੇਸ਼ ਦਾ ਕਿਸਾਨ ਹੈ, ਤੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅੱਜ ਵੀ ਸੜਕਾਂ ਤੇ ਬੈਠਾ ਹੈ, ਔਰ ਅੱਜ ਵੀ ਪੰਜਾਬ ਦੇ ਨਾਲ ਤਰਾਸਦੀ ਵਰਤੀ ਜਾਂਦੀ ਹੈ। ਔਰ ਬਿਲਕੁਲ ਹੀ ਇਸੇ ਤਰੀਕੇ ਦੇ ਨਾਲ ਭੈਣ ਜੀ ਨੇ ਬੜੇ ਵਿਸਤਾਰਪੂਰਵਕ, ਭਾਵੇਂ ਕਿ ਭੈਣ ਜੀ ਭਾਵੁਕ ਹੋ ਗਏ ਸੀਗੇ, ਪਰ ਕਿਉਂਕਿ ਲਗਾਤਾਰ ਜਿਸ ਔਰਤ ਨੇ ਜਿਹੜਾ ਹੈ ਇਹ ਸੰਤਾਪ ਚੱਲਿਆ ਹੁੰਦਾ ਹੈ, ਇਹ ਸੁਭਾਵਿਕ ਗੱਲ ਹੈ ਕਿ ਜਿਹੜਾ ਹੈ ਲਗਾਤਾਰ ਇਸ ਭੈਣ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਹਾਲਾਂਕਿ ਭਾਵੁਕ ਵੀ ਹੋਏ ਸੀਗੇ, ਸਾਡੇ ਵੱਲੋਂ ਦਿਲੀ ਹਮਦਰਦੀ ਹੈ ਇਸ ਭੈਣ ਦੇ ਨਾਲ, ਔਰ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਇਹ ਸੰਸਥਾ ਜਿਹੜੀ ਹੈ ਵੱਧ ਫੁੱਲ ਰਹੀ ਹੈ। ਔਰ ਭੈਣ ਜੀ ਇੱਥੇ ਕਿੰਨੀ ਕੁ ਜਗ੍ਹਾ ਜਿਹੜੀ ਇਸ ਵੇਲੇ ਤੁਸੀਂ ਇਹ ਕੀਤੀ ਹੋਈ? ਇਹ 4 ਮੰਜ਼ਲੀ ਬਿਲਡਿੰਗ ਹੈਗੀ ਆ, ਹੇਠਾਂ ਬੇਸਮੈਂਟ ਹੈਗਾ ਤੇ ਇਸ ਤੋਂ ਉੱਪਰ 2 ਮੰਜ਼ਲਾਂ ਜਿਹੜੀਆਂ ਹੋਰ ਨੇ। ਲਾਸਟ ਜਿਹੜੀ ਮੰਜ਼ਲ ਹੈਗੀ ਆ ਉਹਦੀ ਹਜੇ ਤਿਆਰੀ ਚੱਲ ਰਹੀ ਹੈਗੀ ਆ, ਜਿਵੇਂ ਕਿ ਉਹਦੇ ਦਰਵਾਜ਼ੇ ਲੱਗਣ ਵਾਲੇ ਨੇਗੇ, ਫਰਸ਼ ਪੈਣ ਵਾਲੇ ਨੇਗੇ, ਫਰਸ਼ ਕੱਚਾ ਕਰ ਦਿੱਤਾ ਗਿਆ, ਉੱਤੇ ਟਾਈਲ ਲੱਗਣ ਵਾਲੀ ਹੈਗੀ ਆ, ਪੇਂਟ ਦਾ ਕੰਮ ਜਿਹੜਾ ਉਹ ਰਹਿੰਦਾ ਹੈਗਾ। ਅੱਛਾ, ਬਜ਼ੁਰਗ ਅੰਦਰ ਹੀ ਨੇ, ਗੱਲਬਾਤ ਕਰ ਸਕਦੇ? ਬਿਲਕੁਲ ਜੀ, ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਸ ਭੈਣ ਦੇ ਵੱਲੋਂ ਸੇਵਾ ਸੰਭਾਲ ਉਹਨਾਂ ਦੀ ਕੀਤੀ ਜਾ ਰਹੀ ਹੈ। ਔਰ ਇਹ ਤਸਵੀਰਾਂ ਜਿਹੜੀਆਂ ਨੇ ਸੰਸਥਾ ਦੇ ਅੰਦਰ ਦੀਆਂ ਤਸਵੀਰਾਂ ਨੇ, ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਔਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਤੁਸੀਂ ਦੇਖ ਰਹੇ ਹੋ। ਔਰ ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ, ਠੀਕ ਠਾਕ ਹੋ? ਜਿੱਦਾਂ ਭੈਣ ਜੀ ਨੇ ਸਾਨੂੰ ਦੱਸਿਆ ਕਿ ਬੜੀ ਇਹਨਾਂ ਦੇ ਵੱਲੋਂ ਜਿਹੜੀ ਹੈ ਇੱਕ ਉਹ ਦੌਰ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ, ਉਸ ਤੋਂ ਬਾਅਦ ਵੱਖਰੇ ਤਰੀਕੇ ਦੇ ਨਾਲ ਇਹ ਜਜ਼ਬਾ ਪੈਦਾ ਕੀਤਾ ਜਾਂਦਾ ਹੈ ਕਿ ਮਾਤਾਵਾਂ ਨੂੰ ਵੀ ਸਾਂਭਣਾ ਹੈ, ਬੱਚਿਆਂ ਨੂੰ ਵੀ ਸਾਂਭਣਾ ਹੈ। ਕਿਸੇ ਪ੍ਰਕਾਰ ਦੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆ ਰਹੀ? ਨਾ, ਇਹ ਸਾਨੂੰ ਕੋਈ ਤੰਗੀ ਨਹੀਂ। ਅੱਛਾ ਜੀ। ਨਾ, ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਸੁਰ ਸਿੰਘ ਹੋ। ਅੱਛਾ, ਸੁਰ ਸਿੰਘ ਤੋਂ। ਹਾਂ। ਤੇ ਕੀ ਉਦੋਂ ਜਦੋਂ 1984 ਦਾ ਦੌਰ ਚੱਲਿਆ ਸੀਗਾ, ਤੇ ਕੀ ਸਮਝਦੇ ਹੋ ਕੀ ਵਾਪਰਿਆ ਉਸ 1984 ਦੇ ਦੌਰ ਦੇ ਵਿੱਚ ਤੁਹਾਡੇ ਨਾਲ? ਇਹੋ ਹੀ ਪੁਲਿਸ ਆ ਕੇ ਪੈਂਦੀ ਸੀ ਬੱਚਿਆਂ ਨੂੰ, ਅੱਛਾ ਜੀ। ਜਿਹੜਾ ਕਾਬੂ ਆਇਆ ਉਹ ਲੈ ਗਏ। ਹਾਂ। ਤੇ ਉਸ ਤੋਂ ਬਾਅਦ ਫਿਰ ਇੱਥੇ ਕਦੋਂ ਤੋਂ ਆਏ ਜੇ? ਮੈਨੂੰ ਬੜਾ ਚਿਰ ਹੋ ਗਿਆ, ਮੈਨੂੰ ਤੇ 40 ਸਾਲ ਤੋਂ ਉੱਤੇ ਹੋ ਗਏ ਆ। ਅੱਛਾ ਜੀ। ਇਹ ਬੀਬੀ ਨਾਲ। ਅੱਛਾ, 96 ਤੋਂ ਨਾਲ ਹੈ। ਨਿੱਕੇ ਨਿੱਕੇ ਪੁੱਤ ਰਹੇ ਮੇਰੇ, ਅੱਛਾ ਜੀ। 2। ਅੱਛਾ ਜੀ। ਉਹਨਾਂ ਨੇ ਕਿਹਾ ਤੇ ਬੇਟੇ ਦੇ ਨਾਲ ਕੀ ਪਾਣਾ ਵਾਪਰਿਆ ਸੀ, ਯਾਦ ਹੈ ਕੁਝ? ਇਹਦੇ ਨਾਲ ਬੜਾ ਕੁਝ ਵਾਪਰਿਆ ਮੈਨੂੰ। ਨਹੀਂ, ਤੁਹਾਡੇ ਬੇਟੇ ਦੇ ਨਾਲ। ਹੈਂ? ਤੁਹਾਡੇ ਬੇਟੇ ਜਿਹੜੇ ਸੁਖਦੇਵ ਸਿੰਘ ਜੀ ਸੀਗੇ, ਉਹਨਾਂ ਦੇ ਨਾਲ ਕੀ ਪਾਣਾ ਵਾਪਰਿਆ ਸੀ ਉਸ ਦੌਰ ਦੇ ਵਿੱਚ, ਯਾਦ ਹੈ ਕੁਝ? ਜਾ ਮਿਰਚਾਂ ਦਾ ਬੀਜ ਲੈ ਕੇ ਗਏ ਬੀਜਣ, ਅੱਛਾ ਜੀ। ਤੇ ਰਾਤ ਚ ਫੜ ਲਿਆ ਸੀ। ਬਿਲਕੁਲ ਜੀ, ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ, ਕਿਉਂਕਿ ਅੱਜ ਵੀ ਫਿਰ ਇੱਕ ਮੁੰਡਾ ਮਿਸਟਰ ਦਾ ਆਇਆ ਸੀ, ਉਹਨੂੰ ਮਾਰਤਾ, ਤੈਨੂੰ ਮਾਰਤਾ। ਸਾਨੂੰ 2 ਦਿਨ ਨਹੀਂ ਪਤਾ ਲੱਗਾ। ਅੱਛਾ ਜੀ। ਯਾਦ ਹੈ ਅੱਜ ਵੀ ਤੁਹਾਨੂੰ, ਹਨਾ? ਅੱਜ ਵੀ ਜਿਹੜੇ ਪੁੱਤਰ ਦੀ ਜਿਹੜੀ ਤਸਵੀਰ ਅੱਖਾਂ ਸਾਹਮਣੇ ਕਿਤੇ ਨਾ ਕਿਤੇ ਆ ਜਾਂਦੀ, ਅੱਖਾਂ ਨਮ ਹੋ ਜਾਂਦੀਆਂ। ਹਾਂਜੀ। ਹੋਰ ਬਥੇਰੀ ਤਕਲੀਫ ਆਈ ਆ, ਪਰ ਇਹਨੇ ਵੰਡ ਲਈ। ਸੋਹਣਾ ਸਭ ਕੁਝ। ਕਿਉਂ ਮੈਥੋਂ ਪੂਰੀਆਂ ਗੱਲਾਂ ਨਹੀਂ ਹੁੰਦੀਆਂ, ਮੈਨੂੰ 2 ਗੱਲਾਂ ਚਾਹੀਦੀਆਂ। ਬਜ਼ੁਰਗੋ, ਸਾਡੀ ਵੀ ਹਮਦਰਦੀ ਹੈ ਦਿਲੋਂ। ਬਾਕੀ ਇਹ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਭੈਣ ਜੀ ਦੀ, ਸੰਦੀਪ ਕੌਰ ਦੀ, ਜਿਹੜੇ ਹੈ ਇਹਨਾਂ ਦੀ ਬਦੌਲਤ, ਔਰ ਬੜੀ ਖੁਸ਼ੀ ਦੀ ਗੱਲ ਹੈ। ਬਜ਼ੁਰਗੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਜ਼ੁਰਗੋ, ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਆਏ ਸੀਗੇ? ਅਸੀਂ ਆਏ ਆਂਗੇ ਬਠਿੰਡੇ ਜ਼ਿਲ੍ਹੇ ਚੋਂ। ਅੱਛਾ ਜੀ। ਬੇਗਾ ਲਹਿਰਾ ਨਾਲ ਹੀ ਉੱਥੇ। ਅੱਛਾ ਜੀ। 5 ਲਹਿਰੇ ਆ ਉਹ, ਸਿਰੇ ਵਾਲਾ ਜਿਹੜਾ ਬਠਿੰਡੇ ਤੋਂ ਜਾਂਦੀ ਹੈ ਰੋਡ ਸੜਕ, ਉਹਦੇ ਤੇ ਬੇਗਾ ਲਹਿਰਾ ਪਹਿਲਾਂ ਉੱਥੋਂ ਬਠਿੰਡੇ ਤੋਂ ਮੂਹਰੇ ਉਹ ਆ। ਕਿੰਨੀ ਦੇਰ ਹੋ ਗਈ ਇੱਥੇ ਆਇਆ ਨੂੰ? ਇੱਥੇ ਹੋ ਗਏ 15-16 ਸਾਲ। 15-16 ਸਾਲ। ਹਾਂਜੀ। ਅੱਛਾ ਜੀ। ਤੇ ਕੋਈ ਦੌਰ ਯਾਦ ਹੈ ਜਦੋਂ ਕਾਲਾ ਦੌਰ ਚੱਲਿਆ ਸੀਗਾ, ਕੀ ਕੁਛ ਸੀਗਾ, ਕਦੋਂ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਝੂਠ ਆਹ ਕੰਨਾਂ ਤੋਂ ਘੱਟ ਦਿੰਦਾ ਮੈਨੂੰ। ਹਾਂਜੀ ਹਾਂਜੀ। ਹਾਂ, ਮੁਕਾਬਲਾ ਕੀ ਪੁੱਤ, ਸਾਡੇ ਸੁੱਤੇ ਪਿਆਂ ਤੇ ਹੀ ਪਾਇਆ। ਮੇਰਾ ਤਾਂ ਪੁੱਤ ਅਨਪੜ੍ਹ ਸੀ, ਭਗਤ ਸੀ ਜਿਹੜੇ ਤੇ ਪਾਇਆ, ਝੂਠਾ ਹੀ ਪਾਇਆ ਉਹਨੂੰ ਤਾਂ। ਆ ਕੇ ਬਸ ਤੈਨੂੰ ਪਤਾ ਹੈ ਪੁਲਿਸ ਪੈਣ ਲੱਗ ਗਈ। ਅੱਛਾ, ਜੇ ਹੁਣ ਤੂੰ ਆ ਗਿਆ ਮੇਰੇ ਤੇ ਲਾ ਲਾ ਜੀ, ਤੂੰ ਆ ਗਿਆ, ਹੁਣ ਤੈਨੂੰ ਅਸੀਂ ਕੀ ਕਹਿ ਦੇਂਗੇ? ਹੁਣ ਤੂੰ ਤਾਂ ਪੁੱਛਦਾ ਸਾਥੋਂ, ਸਾਡਾ ਹਾਲ ਪੁੱਛਦਾ ਹੈ। ਬਿਲਕੁਲ। ਸਾਡੇ ਮੁੰਡੇ ਆ ਗਏ, ਆ ਕੇ ਆਦੇ ਵੀ ਚਾਹ ਪਾਣੀ ਪੀਣਾ ਤੇ ਟਰਾਈਟ ਦਿਓ ਸਾਨੂੰ। ਪੁੱਤ ਟਰਾਈਟ ਦੇਤਾ, ਨਾਲ ਇੱਕ ਉਸ ਮੁੰਡੇ ਨੂੰ ਲੈ ਗਏ ਵੀ ਮਾਪ ਦਾ ਟਰਾਈਟ ਮੋੜ ਲਈ। ਬਸ ਉੱਥੋਂ ਪੁਲਿਸ ਪੈਣ ਲੱਗ ਗਈ। ਜੋ ਕਿਸੇ ਨੇ ਉਹ ਬੇਕਸੂਰ ਜਿਹੜੇ ਸੀਗੇ ਪੁੱਤਰ, ਹਨਾ, ਕੱਢ ਕੇ ਘਰਾਂ ਦੇ ਵਿੱਚੋਂ ਉਸ ਸਮੇਂ ਦੀ ਸਰਕਾਰ ਨੇ, ਪੁਲਿਸ ਦੇ ਵੱਲੋਂ ਮੁਕਾਬਲੇ ਬਣਾ ਮਾਰ ਦਿੱਤੇ ਗਏ ਨਾ।
ਕਿਵੇਂ ਮੈਂ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਬਾਰੇ ਗੱਲ ਕਰਦਾ ਪਿਆ ਸੀਗਾ। ਉਹ ਸਰਕਾਰ ਹੀ ਫਿਰ ਤੈਨੂੰ ਦੱਸਦੀ ਹਾਂ ਵੀ ਕਿਸੇ ਨੇ ਜਦੋਂ ਸਰਕਾਰ ਪੈਣ ਲੱਗ ਗਈ ਸਾਡੇ ਤੇ ਵੀ ਮੁੰਡਾ ਇੱਥੇ ਮੁੰਡਾ ਕੋਈ ਚਰਚਾ ਸੀ ਲੁਕੋ ਕੇ ਜੇ ਰੱਖਿਆ ਹਾਂ ਸਾਨੂੰ ਅਸੀਂ ਕਹਿਣਾ ਫੂਲ ਪੇਸ਼ ਵੀ ਕਰਤਾ ਵੀ ਚੱਲਦੇ ਵੀ ਇਹ ਝੂਠੇ ਚ ਵੀ ਸਾਨੂੰ ਵੀ ਮੁੰਡੇ ਆਏ ਅਸੀਂ ਮੁੱਕਰਦੇ ਨਹੀਂ ਵੀ ਹੁਣ ਕੀ ਪਤਾ ਕਿੱਥੋਂ ਦੇ ਸੀਗੇ ਉਹ ਤੇ ਉਹ ਫਿਰ ਖੜਾ ਨਹੀਂ ਛੱਡਿਆ ਖੀਰੀ ਨੂੰ ਉਹ ਨਿਕਲ ਗਿਆ ਬਾਹਰ ਜਦੋਂ ਪੁਲਿਸ ਨੇ ਖੜਾ ਨਾ ਛੱਡੇ ਬਾਹਰ ਨਿਕਲਿਆ ਹੋਇਆ ਤੈਨੂੰ ਫਿਰ ਸਾਨੂੰ ਪੈਣ ਲੱਗ ਗਈ ਅਸੀਂ ਵੀ ਘਰੋਂ ਬਾਹਰ ਸਾਡੇ ਘਰ ਵੀ ਢਾਹ ਉਦੋਂ ਕਣਕ ਦਾ ਮੌਕਾ ਸੀ ਸਾਡੀ ਕਣਕ ਨੂੰ ਵੀ ਅੱਗ ਲਾ ਘਰ ਵੀ ਸਾਡਾ ਬੁਰਾ ਹਾਲ ਕੀਤਾ ਸਾਰਾ ਢਾਹ ਟੂਤਾ ਸੀ ਤੇ ਆ ਸਾਡੇ ਨਾਲ ਹਾਲਤ ਬਹੁਤ ਬੁਰੀ ਹੋਈ ਉਦੋਂ ਇੱਕ ਬੱਚਾ ਮੇਰਾ ਹੋਰ ਸੀ ਉਹ ਫੜਿਆ ਗਿਆ ਉਹਦੇ ਤੇ ਬਹੁਤ ਜਾ ਕੇ ਕਿੱਥੇ ਮੁਕਤਸਰ ਹੈ ਉੱਥੇ ਬੰਦ ਲਿਫਾਫੇ 'ਚ ਬੰਦ ਕਰਤਾ ਉਹ ਤਾਂ ਮੈਨੂੰ ਪੁੱਤ ਫਿਰ ਕੇ ਉਹ ਮਸਾਂ ਬਾਹਰ ਕਢਾਇਆ ਉਹਦੇ ਜਦੋਂ ਉਹ ਬਾਹਰ ਕਢਾ ਲਿਆ ਮਗਰ ਉਹ ਸ਼ਹੀਦ ਹੋ ਗਿਆ ਬਸ ਆਹ ਕੁਛ ਹੋਇਆ। ਬਿਲਕੁਲ ਦਰਸ਼ਕੋ, ਜਿਹੜੀਆਂ ਗੱਲਾਂ ਬਾਤਾਂ ਨੇ 1984 ਤੋਂ ਲੈ ਕੇ ਜਦੋਂ ਤੱਕ 95-96 ਦੀ ਗੱਲ ਕਰੀਏ ਤਾਂ ਉਦੋਂ ਦੀਆਂ ਤਸਵੀਰਾਂ ਨੇ, ਅੱਖਾਂ ਬਿਲਕੁਲ ਨਮ ਹੋ ਜਾਂਦੀਆਂ ਨੇ। ਇਹ ਬਜ਼ੁਰਗ ਨੇ, ਬਜ਼ੁਰਗਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਸਮੇਂ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਨੇ ਤਸ਼ੱਦਦ ਜਿਹੜਾ ਢਾਇਆ ਔਰ ਲਗਭਗ ਇਸ ਦਹਾਕੇ ਨੂੰ ਵਾਪਰਿਆਂ 34 ਸਾਲ ਹੋ ਚੁੱਕੇ ਨੇ। ਪਰ ਅੱਜ ਵੀ ਜਦੋਂ ਇਹ ਗੱਲਾਂ ਬਾਤਾਂ ਉੱਭਰਦੀਆਂ ਨੇ ਤਾਂ ਜਿਹੜੇ ਹਿਰਦੇ ਨੇ ਇੱਕ ਵਾਰ ਜ਼ਰੂਰ ਵਲੂੰਦਰੇ ਜਾਂਦੇ ਨੇ। ਔਰ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਹੋ ਔਰ ਯਾਦ ਹੈ ਕੁਛ ਉਸ ਦੌਰ ਦਾ 1984 ਵੇਲੇ ਜਿਹੜਾ ਭਾਣਾ ਵਾਪਰਿਆ ਸੀਗਾ? ਦੁਕਾਨ ਕਰਦਾ ਸੀ ਕਾਕਾ ਸਾਡਾ। ਅੱਛਾ ਜੀ। ਤੇ ਕੱਪੜਾ ਲੈਣ ਵਾਲੇ ਆਉਂਦੇ ਜਾਂਦੇ ਤੇ ਉਹ ਸ਼ਿਕਾਇਤ ਹੋ ਗਈ ਵੀ ਰਿਕਵਾਤ ਵਧੀ ਆਉਂਦੇ। ਫਿਰ ਪੁਲਿਸ ਪੈਣ ਦਾ ਵੀ ਫਿਰ ਫੜ ਕੇ ਟੈਸਟ ਕਰਨਾ ਤੇ ਮੁੜ ਕੇ ਥਾਣੇ 'ਚ ਲੈ ਜਾਣਾ ਕਦੀ। ਫਿਰ ਮੁੜ ਕੇ ਹਾਰ ਕੇ ਉਹ ਘਰੋਂ ਹੀ ਨਿਕਲ ਗਿਆ। ਅੱਛਾ ਜੀ। ਘਰੋਂ ਫਿਰ ਉਹ ਤਰਨ ਮੱਸਿਆ ਗਿਆ ਸੀ ਤੇ ਉੱਥੋਂ ਫੜ ਲਿਆ ਤੇ ਫੜ ਕੇ ਫਿਰ ਪੌਣੇ 2 ਮਹੀਨੇ ਜੇਲ੍ਹ 'ਚ ਰੱਖਿਆ, ਗੁਮਟਾਲੇ ਜੇਲ੍ਹ 'ਚ। ਫਿਰ ਕੱਢ ਕੇ ਤੇ ਕਾਬਲਾ ਬਣਾਇਆ। ਇੱਕ ਅੰਦੌਰ ਤੋਂ ਪਹਿਲਵਾਨ ਸੀ। ਅੱਛਾ ਜੀ। ਉਹਨੇ NS ਲੱਗੀ ਸੀ ਉਹਦੇ 'ਤੇ, ਉਹ ਛਡਾ ਕੇ ਤੇ ਉਹਨੂੰ ਰਾਤੋਂ ਰਾਤ ਆਂਦਾ ਜਹਾਜ਼ 'ਤੇ ਤੇ ਪੁਲਿਸ ਮੁਕਾਬਲਾ ਬਣਾ ਲਿਆ। ਅੱਛਾ, ਕਿਹੜੀ ਜਗ੍ਹਾ ਬਣਾਇਆ ਸੀਗਾ, ਕੁਛ ਯਾਦ ਹੈ? ਸੁਲਤਾਨ ਪਿੰਡ ਦੇ ਜਿੱਥੇ ਸੁਲਤਾਨ ਤੋਂ ਅੱਗੇ ਸੜਕ ਜਾਂਦੀ ਸੁਲਤਾਨਪੁਰ ਨੂੰ, ਗੋਂਦਵਾਲ ਤੋਂ ਜਾਂਦੀ ਨਾ ਸੜਕ। ਹਾਂਜੀ। ਸੁਲਤਾਨਪੁਰ ਲੋਧੀ ਨੂੰ ਗੋਂਦਵਾਲ ਸਾਹਿਬ ਤੋਂ। ਹਾਂਜੀ ਹਾਂਜੀ ਹਾਂਜੀ। ਉਹਦੇ ਉੱਤੇ ਬਣਾਇਆ। ਅੱਛਾ, ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ? ਰੇਡੀਓ 'ਤੇ ਦੱਸਣ ਡਿਆ ਪਿਆ। ਅੱਛਾ, ਨਾਮ ਅਨਾਉਂਸ ਕੀਤਾ ਉਹਨਾਂ ਨੇ, ਹੈ ਨਾ, ਕਿ ਇੱਦਾਂ ਜਿਹੜਾ ਹੈ ਨਾ ਸਿੰਘ ਸਾਹਿਬ ਜਿਹੜੇ ਨੇ। ਹਾਂ। ਤੇ ਫਿਰ ਉਸ ਤੋਂ ਬਾਅਦ ਮ੍ਰਿਤਕ ਸਰੀਰ ਦੇ ਜਿਹੜੀ ਅੰਤਿਮ ਜਿਹੜੀ ਸੀਗੀ ਉਹ ਮਿਲਿਆ ਤੁਹਾਨੂੰ ਮ੍ਰਿਤਕ ਸਰੀਰ ਕਿ ਨਹੀਂ? ਨਹੀਂ, ਸਾਨੂੰ ਪਤਾ ਨਹੀਂ ਲੱਗਾ, ਹੈ ਨਾ? ਨਹੀਂ ਮਿਲਿਆ ਨਹੀਂ ਸਾਨੂੰ। ਅੱਛਾ। ਤਰਨ ਲੈ ਗਏ ਉੱਥੇ ਤੇ ਮੁੜ ਕੇ ਜਿਹੜੀਆਂ ਮੜੀਆਂ ਹੁੰਦੀਆਂ ਉਹਦੇ ਵਿੱਚ ਜਾ ਕੇ ਦਿੱਤਾ ਸੀ ਦੋਵਾਂ ਨੂੰ। ਵਿਆਹੇ ਸੀਗੇ ਉਹ? ਹੈਂ? ਵਿਆਹੇ ਸੀਗੇ, ਬਾਲ ਬੱਚੇਦਾਰ ਸੀਗੇ? ਨਹੀਂ ਵਿਆਹੇ ਨਹੀਂ, ਕੁਆਰੇ ਸੀਗੇ। ਕੁਆਰਾ ਹੀ। ਅੱਛਾ ਜੀ। 22-23 ਸਾਲਾਂ ਦਾ ਸਾਰਾ ਹੈਗਾ। ਤੇ ਯਾਦ ਹੈ ਅੱਜ ਵੀ ਉਹਨਾਂ ਦੀ ਤਸਵੀਰ ਯਾਦ ਹੈ ਕਿੱਦਾਂ ਸੀਗੇ? ਹੈ ਸੋਹਣੇ ਜਵਾ। ਕੋਈ ਨਹੀਂ ਬਜ਼ੁਰਗੋ, ਤੁਹਾਡੇ ਨਾਲ ਹਮਦਰਦੀ ਹੈ, ਦਿਲੋਂ ਹਮਦਰਦੀ ਹੈ। ਔਰ ਇੱਥੇ ਤੁਸੀਂ ਕਦੋਂ ਦੇ ਆਏ ਹੋਏ ਹੋ? ਇੱਥੇ ਕਦੋਂ ਦੇ ਆਏ ਹੋ? ਇੱਥੇ ਆਏ ਨੂੰ ਕਿੰਨਾ ਟਾਈਮ ਹੋ ਗਿਆ? 10 ਮਹੀਨੇ ਹੋ ਗਏ। ਬਿਲਕੁਲ 10 ਮਹੀਨੇ ਹੋ ਗਏ। ਅੱਛਾ, 10 ਮਹੀਨੇ ਹੋ ਗਏ। ਨਮ ਅੱਖਾਂ ਕਰਨ ਵਾਲੀਆਂ ਨੇ, ਕਿਉਂਕਿ ਉਹ ਜਿਹੜਾ ਦੌਰ ਸੀਗਾ ਵਾਕਿਆ ਹੀ ਕਾਲਾ ਦੌਰ ਸੀਗਾ। ਔਰ ਤਸਵੀਰਾਂ ਜਿਹੜੀਆਂ ਨੇ ਦੇਖਣ ਯੋਗ ਨਹੀਂ ਨੇ, ਤਸਵੀਰਾਂ ਜਿਹੜੀਆਂ ਨੇ ਦਰਦ ਭਰੀਆਂ ਨੇ। ਬਜ਼ੁਰਗਾਂ ਦੀਆਂ ਨਮ ਅੱਖਾਂ ਹੋ ਜਾਂਦੀਆਂ, ਸਾਡੀਆਂ ਖੁਦ ਦੀਆਂ ਨਮ ਅੱਖਾਂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਦੌਰ ਸੀਗਾ, ਸ਼ਾਇਦ ਉਹ ਦੌਰ ਭਾਣਾ ਜਿਹੜਾ ਸੀਗਾ, ਜਿਹੜਾ ਕਹਿਰ ਵਰਤਾਉਣ ਵਾਲੀਆਂ ਸਰਕਾਰਾਂ ਇਹ ਨਹੀਂ ਜਾਣਦੀਆਂ ਕਿ ਕਿਸੇ ਦਾ ਪੁੱਤ ਇਸ ਦੁਨੀਆ ਤੋਂ ਜਾ ਰਿਹਾ ਹੈ, ਇਸ ਦੁਨੀਆ ਤੋਂ ਉਸ ਛੋਟੇ ਛੋਟੇ ਬੱਚਿਆਂ ਦਾ ਬਾਪ ਜਾ ਰਿਹਾ ਹੈ। ਵੱਡੀਆਂ ਤਸਵੀਰਾਂ ਸੀਗੀਆਂ, ਅੱਜ ਨਮ ਅੱਖਾਂ ਨੇ ਸਾਡੀਆਂ ਵੀ। ਔਰ ਉਸ ਤੋਂ ਬਾਅਦ ਇਸ ਭੈਣ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਅੱਜ ਹੋਰ ਮਾਤਾ ਜੀ, ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਆ? ਪਰਿਵਾਰ ਦੇ ਵਿੱਚ ਕੌਣ ਆ ਤੁਹਾਡੇ?
ਇੱਕ ਉਹ ਛੋਟਾ ਵਿਆਹਿਆ ਸੀ ਮੁੜ ਕੇ, ਅੱਛਾ ਜੀ। ਤੇ ਉਹਦੇ 2 ਬੇਟੀਆਂ ਤੇ 2 ਬੇਟੇ, 3 ਬੇਟੇ, ਅੱਛਾ ਜੀ। ਹੋਰ ਨਹੀਂ ਕੋਈ। ਅੱਛਾ, ਉਹ ਕਿੱਥੇ ਰਹਿੰਦੇ ਨੇ? ਉਹ ਸਿੱਕੇ ਰਹਿੰਦੇ। ਛੱਤਰ ਸਿੱਕੇ ਰਹਿੰਦੇ ਨੇ। ਠੀਕ ਹੈ ਜੀ, ਠੀਕ ਹੈ ਜੀ। ਲਗਾਤਾਰ ਤਸਵੀਰਾਂ। ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਸਖੀਰਿਆਂ ਦਾ। ਹਾਂਜੀ, ਸਖੀਰਿਆਂ ਦਾ। ਸਕੀਰਿਆਂ ਤੋਂ। ਅੱਛਾ ਜੀ। ਤੇ ਕੁਝ ਯਾਦ ਹੈ ਉਹ ਜਿਹੜਾ ਕਾਲਾ ਦੌਰ ਸੀਗਾ 1984 ਦਾ, ਜਦੋਂ ਸਮੇਂ ਦੀ ਸਰਕਾਰ ਨੇ ਜਿਹੜਾ ਸੀਗਾ ਸਿੰਘਾਂ ਦੇ ਨਾਲ ਭਾਣਾ ਵਰਤਾਇਆ, ਘਰੋਂ ਕੱਢ ਕੱਢ ਕੇ ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ? ਕੁਝ ਯਾਦ ਹੈ? ਯਾਦ ਆ, ਯਾਦ ਕਿਤੇ ਮਾਵਾਂ ਨੂੰ ਭੁੱਲ ਸਕਦਾ। ਜੀ। ਕੀ ਭਾਣਾ ਵਾਪਰਿਆ ਸੀਗਾ? ਭਾਣਾ ਵਰਤਿਆ, ਘਰੋਂ ਚਲੇ ਗਿਆ, ਲੱਭਦੇ ਰਹੇ, ਲੱਭਿਆ ਨਾ। ਅੱਛਾ ਜੀ। ਮੁੜ ਕੇ ਉਦੋਂ ਪਤਾ ਲੱਗਾ ਜਦੋਂ ਮੁਕਾਬਲਾ ਹੋ ਗਿਆ। ਕਿਸ ਤਰ੍ਹਾਂ ਪਤਾ ਲੱਗਾ? ਪਤਾ ਲੱਗਾ ਵੀ ਇਸ ਤਰ੍ਹਾਂ ਤੁਹਾਡਾ ਕਾਕਾ ਸ਼ਹੀਦ ਹੋ ਗਿਆ। ਫਿਰ ਉਹਦੀਆਂ ਫੋਟੋਆਂ ਫਾਟੋਆਂ ਵੀ ਆ ਗਈਆਂ। ਅੱਛਾ ਜੀ। ਜਿਹੜੇ ਉਹ ਮਾਹੌਲ ਸੀ ਨਾ, ਉਹ ਕਿਸੇ ਤੇ ਆਉਣੀ ਨਾ। ਬਿਲਕੁਲ ਜੀ। ਐਡੀ ਮੰਦੀ ਹਾਲਤ ਸੀ, ਉਹ ਸ਼ਹੀਦ ਹੋ ਗਿਆ, ਦੂਜੇ ਦਾ ਟੱਬਰ ਮਰ ਗਿਆ। ਅੱਛਾ ਜੀ। ਪਾਲੀ ਬੰਨਾ ਉਹ ਨਹੀਂ ਹੈਗਾ। ਤੇ ਇਹਨਾਂ ਦਾ ਧੰਨਵਾਦ ਕਰਦੇ ਆ ਜਿੰਨਾ ਸਾਨੂੰ ਗਾਲ ਲਾ ਭੈਣ ਜੀ, ਜਿਨ੍ਹਾਂ ਦੇ ਬਦੌਲਤ ਜਿਹੜਾ ਅੱਜ ਸਾਰਾ ਕੁਝ ਹੈ ਨਾ, ਸਭ ਕੁਝ ਹੁੰਦਾ ਜੀ। ਇਹ ਸਾਡੀ ਵੀ ਮਾਤਾ ਜੀ ਕੋਸ਼ਿਸ਼ ਇਹੀ ਹੈ ਕਿ ਵੱਖ-ਵੱਖ ਤਸਵੀਰਾਂ ਜਿਹੜੀਆਂ ਨਾ, ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਸਿੱਖਾਂ ਨੂੰ, ਜਿਹੜੇ ਅੱਜ ਸਰਕਾਰਾਂ ਵੀ ਜਿਹੜੀਆਂ ਨਾ ਦੁਬਾਰਾ ਤੋਂ ਕਹਿੰਦੀਆਂ ਨੇ ਵੱਖਵਾਦੀ ਤੇ ਅੱਤਵਾਦੀ ਨੇ, ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਵੱਖਵਾਦੀ ਤੇ ਅੱਤਵਾਦੀ ਨਹੀਂ ਹੈ। ਇਹ ਤਾਂ ਜਿਹੜੇ ਗੁਰੂ ਤੇਗ ਬਹਾਦਰ ਸੀਗੇ, ਦੂਜੀਆਂ ਕੌਮਾਂ ਦੇ ਲਈ ਜਿਹੜੇ ਸੀਸ ਵਾਰਨ ਵਾਲੇ, ਇਹ ਉਹ ਯੋਧੇ ਨੇ। ਔਰ ਲਗਾਤਾਰ ਤਸਵੀਰਾਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ, ਇਹ ਨਮ ਅੱਖਾਂ ਜਿਹੜੀਆਂ ਨੇ। ਉਹਦਾ ਹੁਣ ਟੱਬਰ ਮਰ ਗਿਆ। ਹਾਂਜੀ। ਉਹਦਾ ਟੱਬਰ ਮੁੱਕ ਗਿਆ। ਘਰ ਖਾਣ ਨੂੰ ਨਹੀਂ, ਨਿਆਣੇ ਮੇਰੇ ਇੱਥੇ ਲਿਆਣ ਕੇ ਪੜ੍ਹਨੇ ਪਾਤੇ। ਤੇ ਹੁਣ ਉਹਦਾ ਦੁਬਾਰੇ ਵਿਆਹ ਕੀਤਾ। ਤੁਹਾਨੂੰ ਪਤਾ ਦੁਬਾਰੇ ਵਿਆਹ ਕਰਨ ਦੇ ਵਿੱਚ ਕਿੰਨੇ ਔਖੇ ਦੇ, ਜਦੋਂ ਘਰ ਵਿੱਚ ਜ਼ਮੀਨ ਪਾਣਾ ਵੀ ਨਾ ਹੋਵੇ। ਤੇ ਜਿਹੜੀਆਂ ਸਾਡੀਆਂ ਹਾਲਤਾਂ ਅਸੀਂ ਨੇ ਕਿਸੇ ਦੀਆਂ ਹੋਣੀ ਨਾ, ਉਹਨਾਂ ਵਾਸਤੇ ਅੱਧ ਵੱਧ ਕੇ, ਪਰ ਅਸੀਂ ਨਹੀਂ ਕਹਿੰਦੇ ਵੀ ਅੱਤ ਵੱਧ ਕੇ। ਸਾਨੂੰ ਮਹਾਰਾਜ ਨੇ ਆਪਣੇ ਚਰਨਾਂ ਨਾਲ ਲਾ ਲਿਆ। ਆਪਣੇ ਹੱਕਾਂ ਦੇ ਮੰਗਣ ਲਈ ਅੱਤਵਾਦੀ ਕਹਿ ਦੇਣਾ ਸਰਕਾਰਾਂ ਦੇ ਵੱਲੋਂ, ਅੱਤਵਾਦੀ ਥੋੜਾ ਹੋ ਜਾਂਦਾ ਬੰਦਾ। ਉਹ ਜੋ ਮਰਜ਼ੀ ਕਹੀ ਜਾਣ। ਬਿਲਕੁਲ ਜੀ। ਜਿਹੜਾ ਅੱਜ ਮਾਹੌਲ ਚੱਲ ਰਿਹਾ, ਇਹ ਵੀ ਚੰਗਾ ਹੀ ਚੱਲਣ ਡਿਆ ਵਾ। ਉਦੋਂ ਵੀ ਇਹੋ ਚਲਾਏ ਸੀ ਨਾ, ਸਿੱਖਾਂ ਦੀ ਘਾਟ ਵਾਸਤੇ ਚਲਾਈ ਜਾਂਦੇ, ਚੱਲੀ ਜਾਂਦੇ ਆ। ਜੋ ਮੁਸੀਬਤਾਂ ਪਈਆਂ, ਮਾਵਾਂ ਤੇ ਰੋਂਦੀਆਂ ਮੁੱਕਣਾ ਹੀ ਆ। ਜੀ ਜੀ। ਤੇ ਜਾਂ ਧੰਨਵਾਦ ਇਹਨਾਂ ਦਾ ਜਿੰਨਾ ਜੀ ਜੀ ਚੁੱਕ ਲਿਆ ਮਾੜਾ ਜਿਹਾ ਕੰਮ ਨਹੀਂ ਤੇ। ਭੈਣ ਜੀ, ਲਗਾਤਾਰ ਤਸਵੀਰਾਂ ਜਿਹੜੀਆਂ ਨੇ, ਇਹ ਸਾਡਾ ਵੀ ਮਨ ਜਿਹੜਾ ਹਿਰਦਾ ਇੱਕ ਵਾਰੀ ਬਲੂੰਦਰਿਆ ਜਾਂਦਾ ਹੈ। ਔਰ ਤੁਹਾਨੂੰ ਵੀ ਦਿਲੋਂ ਸਲੂਟ ਹੈ। ਔਰ ਜਦੋਂ ਇਹਨਾਂ ਦੇ ਨਾਲ ਰਾਬਤਾ ਫਿਰ ਕਿੱਦਾਂ ਕਾਇਮ ਹੁੰਦਾ ਸਾਰਿਆਂ ਨੂੰ? ਇਹ ਸ਼ੁਰੂ ਵਿੱਚ ਤਾਂ ਅਸੀਂ ਆਪ ਡੋਰ ਟੂ ਡੋਰ ਜਾ ਕੇ ਜੁਝਾਰੂ ਯੋਧਿਆਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਦੇਖਦੇ ਸੀਗੇ ਔਰ ਉਹਨਾਂ ਨੂੰ ਦੱਸਦੇ ਸੀ ਕਿ ਇਸ ਤਰ੍ਹਾਂ ਸੰਸਥਾ ਬਣੀ ਹੈ, ਤੁਸੀਂ ਸਾਡੇ ਕੋਲ ਆਓ। ਔਰ ਹੁਣ ਜਿਵੇਂ ਕਿ ਬਹੁਤ ਸਾਰੇ ਸਾਲ ਬੀਤ ਗਏ ਨੇਗੇ, ਹੁਣ ਇਹ ਮਾਤਾ ਜੀ ਹੈਗੇ ਆ, ਇਹਨਾਂ ਨੂੰ ਸਾਲ ਕੀ ਹੋਇਆ ਹੈਗਾ ਹਜੇ ਇੱਥੇ ਇਹਨਾਂ ਨੂੰ ਆਇਆਂ ਨੂੰ। ਕਿਉਂਕਿ ਜਦੋਂ ਇਹਨਾਂ ਦੇ ਹੱਥ ਪੈਰ ਚੱਲਦੇ ਸੀਗੇ, ਹੱਡ ਪੈਰ ਚੱਲਦੇ ਸੀ, ਇਹ ਘਰ ਦੇ ਵਿੱਚ ਮੋਢੀ ਮੈਂਬਰ ਸੀ। ਇਹਨਾਂ ਦੇ 2 ਲੜਕੇ ਸੀਗੇ ਜਿਹੜੇ, ਇੱਕ ਸ਼ਹੀਦ ਹੋ ਗਿਆ ਤੇ ਇੱਕ ਦੀ ਬਾਅਦ ਵਿੱਚ ਡੈਥ ਹੋ ਗਈ ਜੀ। ਹੁਣ ਜਦੋਂ ਇੱਕ ਦੀ ਮੈਰਿਜ ਹੋਈ ਸੀ, ਗਾਂ ਉਹਨਾਂ ਦੇ ਬੱਚੇ ਵੱਡੇ ਹੋਏ, ਸਾਰਾ ਕੁਝ ਹੋਇਆ ਜੀ। ਔਰ ਉਸ ਤੋਂ ਬਾਅਦ ਇਹ ਮਾਤਾ ਜੀ ਦੇ ਹਾਲਾਤ ਜਿਹੜੇ ਆ ਜਦੋਂ ਵਿਗੜਨੇ ਸ਼ੁਰੂ ਹੋਏ, ਮੈਂ ਦੱਸਣਾ ਨਹੀਂ ਚਾਹੁੰਦੀ ਕਿਉਂਕਿ ਸ਼ਹੀਦ ਪਰਿਵਾਰਾਂ ਦੇ ਜਿਹੜੇ ਹਾਲਾਤ ਹੈਗੇ ਨਾ, ਉਹਨਾਂ ਜੁਝਾਰੂ ਯੋਧਿਆਂ ਦੇ ਨਾਂ ਲੈ ਕੇ ਜਾਂ ਉਹਨਾਂ ਨੂੰ ਮਾਵਾਂ ਨੂੰ ਕੋਲ ਬਿਠਾ ਕੇ ਉਹਨਾਂ ਦੇ ਹਾਲਾਤਾਂ ਬਾਰੇ ਦੱਸਣਾ ਜਿਹੜਾ ਨਾ, ਇਹ ਮੇਰੇ ਲਈ ਪੋਸੀਬਲ ਨਹੀਂ ਹੈਗਾ। ਮੈਂ ਭਾਵਕ ਹੋ ਜਾਂਦੀ ਹਾਂ, ਪਰ ਮਜਬੂਰੀ ਤੋਂ ਬਿਨਾਂ ਕੋਈ ਨਹੀਂ ਇੱਥੇ ਆ ਸਕਦਾ ਹੈਗਾ। ਜੀ ਜੀ ਬਿਲਕੁਲ। ਬਹੁਤ ਸਾਰੀਆਂ, ਮੈਂ ਤੁਹਾਨੂੰ ਪਹਿਲਾਂ ਵੀ ਮੈਂ ਗੱਲ ਕਰਨ ਲੱਗੀ ਸਾਂ ਕਿ ਬਹੁਤ ਸਾਰੀਆਂ ਸ਼ਹੀਦਾਂ ਦੀਆਂ, ਮਾਤਾਵਾਂ ਦੀਆਂ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਨੇਗੀਆਂ। ਉਹਨਾਂ ਨੂੰ ਘਰਾਂ ਵਿੱਚ ਜਿਹੜਾ ਟਾਈਮ ਕੱਢਣਾ ਬੜਾ ਔਖਾ ਹੋਇਆ ਪਿਆ ਹੈਗਾ ਵਾ। ਔਰ ਇਸੇ ਕਰਕੇ ਹੀ ਹੁਣ ਜਿਹੜੀ ਉੱਪਰ ਅਸੀਂ ਬਿਲਡਿੰਗ ਬਣਾਈ ਆ, ਉਸ ਦੇ ਬਾਰੇ 'ਚ ਮੈਂ ਇਹ ਫੈਸਲਾ ਲਿਆ ਕਿ ਹੁਣ ਬੱਚਿਆਂ ਨੂੰ ਘਟਾ ਕੇ ਤੇ ਜਿਹੜੀਆਂ ਜੁਝਾਰੂਆਂ ਦੀਆਂ, ਯੋਧਿਆਂ ਦੀਆਂ ਮਾਵਾਂ ਨੇਗੀਆਂ, ਘਰਾਂ ਦੇ ਵਿੱਚ ਜਿਨ੍ਹਾਂ ਦਾ ਰਹਿਣਾ ਬਹੁਤ ਮੁਸ਼ਕਲ ਹੈਗਾ ਵਾ, ਜਿਨ੍ਹਾਂ ਦੇ ਕਮਾਈ ਕਰਨ ਵਾਲੇ ਜਿਹੜੇ ਇਕੱਲੇ ਪੁੱਤ ਸੀਗੇ, ਉਹ ਇਸ ਕੌਮ ਲਈ ਸੰਘਰਸ਼ ਕਰਦੇ ਇਸ ਭੇਟ ਚੜ੍ਹ ਗਏ ਔਰ ਉਹਨਾਂ ਦੇ ਘਰਾਂ ਦੇ ਹਾਲਾਤ ਬਹੁਤ ਖਰਾਬ ਨੇਗੇ। ਬੇਸ਼ੱਕ ਸਾਡੀ ਕੌਮ ਜਿਹੜੀ ਹੈਗੀ ਆ ਸਮੇਂ-ਸਮੇਂ 'ਤੇ ਜ਼ਰੂਰ ਉਹਨਾਂ ਦੀ ਸਾਰ ਲੈਂਦੀ ਆ, ਪਰ ਜਿਸ ਪੱਧਰ ਤੱਕ ਹਾਲਾਤ ਖਰਾਬ ਹੋਏ ਆ, ਜਿਸ ਪੱਧਰ ਤੱਕ ਹਰ ਇੱਕ ਪਿੰਡ ਵਿੱਚ 20-20, 25-25 ਨੌਜਵਾਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਸਾਰੇ ਨੂੰ ਵੇਖਣਾ, ਸਾਰੇ ਨੂੰ ਕਵਰ ਕਰਨਾ, ਉਹ ਇਕੱਲੇ ਕਾਰੇ ਦੀ ਇਕੱਲੀ ਛੋਟੀ ਜਿਹੀ ਪੱਧਰ 'ਤੇ ਜਿਹੜੀ ਸਾਡੀ ਸੰਸਥਾ ਚੱਲ ਰਹੀ, ਉਹਦੇ ਵੱਸ ਨਹੀਂ ਹੈਗਾ। ਇਹ ਬਹੁਤ ਵੱਡੇ ਪੱਧਰ 'ਤੇ ਉਪਰਾਲੇ
ਉਪਰਾਲੇ ਕਰਨ ਦੀ ਲੋੜ ਹੈਗੀ ਆ ਤਾਂ ਕਿ ਉਹ ਯੋਧਿਆਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਬਜ਼ੁਰਗ ਮਾਪਿਆਂ ਦਾ ਜਿਹੜਾ ਬੁਢਾਪਾ ਹੈ ਨਾ ਉਹ ਰੁਲੇ ਨਾ। ਔਰ ਹੁਣ ਮੈਂ ਇਸੇ ਕਰਕੇ ਹੀ ਬਹੁਤ ਸਾਰੀਆਂ ਯੋਧਿਆਂ ਦੀਆਂ ਜਿਹੜੀਆਂ ਬਜ਼ੁਰਗ ਮਾਵਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਅਗਰ ਤੁਹਾਡਾ ਘਰ ਵਿੱਚ ਨਹੀਂ ਵਧੀਆ ਤਰੀਕੇ ਨਾਲ ਟਾਈਮ ਪਾਸ ਹੁੰਦਾ ਤੇ ਤੁਸੀਂ ਇਸ ਸੰਸਥਾ ਦੇ ਵਿੱਚ ਆਣ ਕੇ ਰਹਿ ਸਕਦੇ ਜੇ। ਤੇ ਆਉਣ ਵਾਲੇ ਸਮੇਂ 'ਚ ਕਾਫੀ ਜਿਹੜੀਆਂ ਹੈਗੀਆਂ ਨੇ ਜੁਝਾਰੂ ਯੋਧਿਆਂ ਦੀਆਂ ਮਾਵਾਂ ਜਿਹੜੀਆਂ ਨੇਗੀਆਂ ਉਹ ਇਸ ਸੰਸਥਾ ਦੇ ਵਿੱਚ ਆਣ ਕੇ ਰਹਿਣਗੀਆਂ। ਜੀ ਬਿਲਕੁਲ, ਤਸਵੀਰਾਂ ਜਿਹੜੀਆਂ ਨੇ ਸਾਡਾ ਖੁਦ ਦਾ ਮਨ ਨਹੀਂ ਕਰਦਾ, ਕਿਉਂਕਿ ਹੋ ਸਕਦਾ ਹੈ ਕਿ ਬਜ਼ੁਰਗ ਉਹ ਭੁਲਾ ਤਾਂ ਨਹੀਂ ਸਕਦੇ ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਨੇ, ਪਰ ਲਗਾਤਾਰ ਅਸੀਂ ਇਹ ਕੋਸ਼ਿਸ਼ ਕਰਨ ਦੀ ਜਿਹੜੀ ਆ ਦਰਸ਼ਕਾਂ ਨੂੰ ਦਿਖਾ ਕੇ ਜਾਂ ਵੱਖ-ਵੱਖ ਸ਼ੇਅਰ ਕਰਵਾ ਕੇ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਜਿੰਨੇ ਵੀ ਲੋਕ ਸਿੱਖ ਧਰਮ ਦੇ ਅੱਜ ਵੀ ਜਿਹੜੀਆਂ ਸਰਕਾਰਾਂ ਨੇ ਵੱਖਵਾਦੀ ਅੱਤਵਾਦੀ ਕਹਿੰਦੇ ਨੇ ਉਹਨਾਂ ਤੱਕ ਇਹ ਤਸਵੀਰਾਂ ਜ਼ਰੂਰ ਪਹੁੰਚ ਸਕਣ, ਕਿਉਂਕਿ ਵੱਡਾ ਦੁਖਾਂਤ ਹੈ। ਵੱਡਾ ਦੁਖਾਂਤ ਵਾਪਰਿਆ ਸੀ 84 ਦੇ ਵੇਲੇ, ਜਿਹੜੀਆਂ ਅੱਜ ਮਾਵਾਂ ਜਿਹੜੀਆਂ ਨੇ ਉਹ ਭੁਲਾ ਨਹੀਂ ਸਕੀਆਂ ਦਰਦ, ਪਰ ਫਿਰ ਵੀ ਅੱਜ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਵੱਲੋਂ ਵੱਖਵਾਦੀ ਕਹਿ ਕੇ ਅੱਤਵਾਦੀ ਕਹਿ ਕੇ ਜਦੋਂ ਪੁਕਾਰਿਆ ਜਾਂਦਾ ਤਾਂ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਧਰਮ ਦੇ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਸੀਗੇ, ਜਿਨ੍ਹਾਂ ਨੇ ਦੂਸਰੇ ਧਰਮਾਂ ਦੀ ਰਾਖੀ ਲਈ ਆਪਣਾ ਸਰਬੰਸ ਵਾਲ ਦਿੱਤਾ। ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਉਹ ਕੌਮ ਹੈ, ਇਹ ਅੱਤਵਾਦੀ ਕਦੀ ਵੀ ਨਹੀਂ ਹੋ ਸਕਦੇ, ਇਹ ਤਾਂ ਦੂਸਰਿਆਂ ਦਾ ਭਲਾ ਕਰਨ ਵਾਲੀ ਕੌਮ ਹੈ। ਬਿਲਕੁਲ ਉਹੀ ਤਸਵੀਰਾਂ ਜਿਹੜੀਆਂ ਨੇ ਦਰਸ਼ਕਾਂ ਤੱਕ ਪਹੁੰਚਦੀਆਂ ਕਰ ਰਹੇ ਆ ਜੀ। ਹਾਂ ਬਿਲਕੁਲ ਜੀ, ਆਪਣੇ ਹੱਕਾਂ ਦੇ ਲਈ ਲੜਨਾ, ਆਪਣੀ ਕੌਮ ਦੇ ਹਿੱਤਾਂ ਦੇ ਲਈ ਲੜਨਾ ਜਿਹੜਾ ਉਹ ਅੱਤਵਾਦ ਨਹੀਂ ਹੁੰਦਾ। ਅੱਤਵਾਦ ਉਹ ਹੈਗਾ ਵਾ ਜਿਹੜਾ ਅੱਜ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਦਿਖਾਇਆ ਜਾ ਰਿਹਾ ਹੈਗਾ, ਬਜ਼ੁਰਗਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾ ਰਹੀਆਂ ਨੇ, ਨੌਜਵਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਅੱਜ ਸਾਰੀ ਕਿਸਾਨੀ ਜਿਹੜੀ ਹੈਗੀ ਆ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੈਗੀ ਆ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ, ਔਰ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੱਕ ਮੰਗਣੇ, ਇਹਨੂੰ ਅੱਤਵਾਦ ਨਹੀਂ ਕਿਹਾ ਜਾਂਦਾ। ਅੱਤਵਾਦ ਉਹ ਆ ਜੋ ਸਰਕਾਰ ਫੈਲਾ ਰਹੀ ਆ, ਜੋ ਹੱਕੀ ਮੰਗਾਂ ਨੂੰ ਨਹੀਂ ਮੰਨ ਰਹੀ, ਔਰ ਜਿਹੜੇ ਹੈਗੇ ਆ ਬੇਤੁਕੇ ਜਿਹੜੇ ਕਾਨੂੰਨ ਹੈਗੇ ਆ ਉਹ ਧੱਕੇ ਦੇ ਨਾਲ ਹੀ ਸਾਡੀ ਕੌਮ ਤੇ ਸਾਡੇ ਕਿਸਾਨਾਂ ਦੇ ਉੱਤੇ ਜਿਹੜੇ ਥੋਪੇ ਜਾ ਰਹੇ ਆ, ਇਸ ਨੂੰ ਅੱਤਵਾਦ ਕਹਿੰਦੇ ਹਨ। ਜੀ ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਔਰ ਉਮੀਦ ਹੈ ਕਿ ਦਰਸ਼ਕੋ ਇਸੇ ਆਸ ਦੇ ਨਾਲ ਕਿ ਤੁਸੀਂ ਜਿਹੜਾ ਹੈ ਇਸ ਸੰਸਥਾ ਦੇ ਬਾਰੇ ਇੱਕ ਅਰਦਾਸ ਜ਼ਰੂਰ ਕਰੋਗੇ, ਕਿਉਂਕਿ ਇਸ ਭੈਣ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਔਰ ਇਹ ਸੰਸਥਾ ਜ਼ਰੂਰ ਵਧੇ ਫੁੱਲੇ। ਹੋਰ ਵੀ ਜਿੰਨੇ ਵੀ ਬਜ਼ੁਰਗ ਨੇ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਵੱਖ-ਵੱਖ ਬੱਚੀਆਂ ਚਾਹੇ ਭਰੂਣ ਹੱਤਿਆ ਦੇ ਕਾਰਨ ਇੱਥੇ ਆਈਆਂ ਨੇ ਜਾਂ ਫਿਰ ਸ਼ਹੀਦ ਸਿੰਘਾਂ ਦੀਆਂ ਬੱਚੀਆਂ ਨੇ, ਉਹਨਾਂ ਨੂੰ ਪੜ੍ਹਾਈ ਦਾ ਜ਼ਿੰਮਾ ਇਹਨਾਂ ਦੇ ਵੱਲੋਂ ਚੁੱਕਿਆ ਜਾ ਰਿਹਾ। ਔਰ ਜ਼ਰੂਰ ਇਹਨਾਂ ਦੇ ਲਈ ਅਰਦਾਸ ਜ਼ਰੂਰ ਕਰਿਓ ਕਿ ਇਹਨਾਂ ਦੀ ਸੰਸਥਾ ਜਿਹੜੀ ਹੈ ਵੱਧ ਤੋਂ ਵੱਧ ਵਧੇ ਫੁੱਲੇ। ਔਰ ਅਸੀਂ ਵੀ ਆਪਣੀ ਟੀਮ ਦੇ ਵੱਲੋਂ ਇਹ ਅਰਦਾਸ ਕਰਦੇ ਹਾਂ ਕਿ ਇਹ ਜਿਹੜੀ ਸੰਸਥਾ ਹੈ ਹੋਰ ਤਰੱਕੀ ਦੇ ਰਾਹ 'ਤੇ ਜਾਵੇ, ਹੋਰ ਵੱਧ ਤੋਂ ਵੱਧ ਜਿਹੜਾ ਹੈ ਪ੍ਰਚਾਰ ਕਰੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋੜਵੰਦ ਲੋਕ ਨੇ ਇਸ ਸੰਸਥਾ ਦੇ ਨਾਲ ਜੁੜ ਸਕਣ। ਕੈਮਰਾ ਪਰਸਨ ਸੰਜੀਵ ਸਿੰਘ ਦੇ ਨਾਲ ਮੈਂ ਅਮਨ ਚੰਦ, ਹਮਦਰਦ TV, ਅੰਮ੍ਰਿਤਸਰ।